ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਏਕ ਕੜੀ ਆਦਿ ਕਰੀ, ਆਦਿ ਹੂੰ ਤੇ ਆਦ। ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧੁਲੈ ਤ੍ਰਿਭੁਵਨ ਸੂਜਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਬੇਸੁਮਾਰ ਅਥਾਹ ਅਗਨਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰ ਦਰਵਾਜੈ ਜਾਇ ਕੈ, ਕਿਉ ਡਿਠੋ ਘੜਿਆਲ। ਇਹ ਨਿਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ, ਪਹਿਰੀ ਲਹੈ ਸਜਾਏ। ਸੋਹੇੜਾ ਘੜਿਆਲ ਜਿਉ, ਦੁਖੀ ਰੈਣ ਵਿਹਾਏ। ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ। ਜੇ 100 ਵਰਿਆ ਜੀਵਣਾ, ਭੀ ਤਨ ਹੋਸੀ ਖੇਹ। ਫਰੀਦਾ ਬਾਰ ਪਰਾਇਐ ਬੈਸਣਾ, ਸਾਈਂ ਮੁਝੈ ਨਾ ਦੇਹ। ਜੇ ਤੂੰ ਏ ਵੈ ਰਖਸੀ, ਜੀਉ ਸਰੀਰ ਹੋ ਲੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਕਰੁਣਾ ਭਰੀ ਨਦਰ ਕਰਕੇ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਆਪਣੇ ਮਨੁੱਖਾ ਜੀਵਨ ਦੀ ਸਭ ਤੋਂ ਮਹੱਤਵਪੂਰਨ, ਸਭ ਤੋਂ ਸ਼੍ਰੇਸ਼ਟ ਕਰਮਸ਼ੀਲਤਾ ਨੂੰ ਧਾਰਨ ਕਰਦਿਆਂ ਸ਼ਬਦ ਦੇ ਕੀਰਤਨ ਅਭਿਆਸ ਨਾਲ, ਸ਼ਬਦ ਦੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜਨਮ ਨੂੰ ਗੁਰੂ ਕੀ ਕਾਰ ਦੇ ਅਨੁਸਾਰ ਸਾਧਣ ਦਾ ਯਤਨ ਕਰਦੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ
ਮਹਾਨ ਸੂਫੀ ਸੰਤ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਬਾਣੀ ਦੀ ਵਿਚਾਰ ਦੁਆਰਾ ਆਪਣੇ ਜੀਵਨ ਦੇ ਅੰਦਰ ਗਿਆਨਮਈ ਧਨ ਸੰਚਣ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰ ਦਰਵਾਜੈ ਜਾਏ ਕੈ, ਕਿਉ ਡਿਠੋ ਘੜੀਆਲ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਸਾਨੂੰ ਜੀਵਨ ਦੇ ਵਿੱਚ ਕਰਮਾਂ ਦੇ ਤਲ 'ਤੇ ਸੁਚੇਤ ਹੋਣ ਦੇ ਲਈ ਇੱਕ ਰੂਪਕ ਦੁਆਰਾ ਅਨੁਭਵ ਪੇਸ਼ ਕਰਦੇ ਹਨ। ਕਿਉਂਕਿ ਮਨੁੱਖ ਦੇ ਕੋਲੋਂ ਮਨੁੱਖਾ ਜੀਵਨ ਦੀਆਂ ਜਿਹੜੀਆਂ ਵੱਡੀਆਂ ਚੀਜ਼ਾਂ ਹਨ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਉਹਦੀ ਚੇਤਨਾ। ਮਨੁੱਖ ਦੀ ਚੇਤਨਾ ਹੀ ਹੈ ਜਿਹੜੀ ਇਹਨੂੰ ਪਸ਼ੂ ਤੋਂ ਵੱਖਰਾ ਕਰਦੀ ਹੈ। ਮਨੁੱਖ ਦੀ ਚੇਤਨਾ ਹੀ ਹੈ ਜਿਹੜੀ ਵਿਕਸਿਤ ਹੋ ਗਈ ਹੈ, ਸੱਭਿਅਕ ਹੋ ਗਈ ਹੈ, ਜਿਹਨੇ ਸਮਾਜਿਕ ਤੌਰ 'ਤੇ ਜਿਉਣ ਦੇ ਚੱਜ ਆਚਾਰ ਸਿੱਖ ਕੇ ਆਪਣੇ ਆਪ ਨੂੰ ਵਿਵਸਥਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਮਨੁੱਖ ਦੀ ਚੇਤਨਾ ਹੀ ਹੈ। ਜਿਵੇਂ ਇਸ ਨੂੰ ਸਰਲ ਤਲ 'ਤੇ ਕਹਿਣਾ ਹੋਵੇ, ਇੱਕ ਜਿਹੜਾ ਜਾਨਵਰ ਜੰਗਲ ਦੇ ਵਿੱਚ ਰਹਿੰਦਾ ਹੈ, ਚਾਹੇ ਉਹ ਸ਼ੇਰ ਹੈ ਚਾਹੇ ਕੋਈ ਹੋਰ ਜਾਨਵਰ ਹੈ, ਉਹ ਲਗਭਗ ਹਿੰਸਕ ਰਹਿੰਦਾ ਹੈ। ਉਹਦੀਆਂ ਬਿਰਤੀਆਂ ਹਿੰਸਕ ਹੁੰਦੀਆਂ ਨੇ, ਸ਼ਿਕਾਰ ਮਾਰ ਖੋਰੀਆਂ ਹੁੰਦੀਆਂ ਨੇ। ਪਰ ਉਹੀ ਜੰਗਲ ਦਾ ਕੋਈ ਜਾਨਵਰ ਮਨੁੱਖਾਂ ਦੀ ਜਿਹੜੀ ਸੁਸਾਇਟੀ ਇਹਦੇ ਵਿੱਚ ਆ ਜਾਵੇ ਤਾਂ ਉਹਦੇ ਅੰਦਰ ਦੀਆਂ ਹਿੰਸਕ ਬਿਰਤੀਆਂ ਨੂੰ ਵਿਰਾਮ ਲੱਗ ਜਾਂਦਾ ਹੈ ਅਤੇ ਉਹ ਪਾਲਤੂ ਬਣ ਜਾਂਦਾ ਹੈ ਅਤੇ ਉਹਦੇ ਜੀਵਨ ਦਾ ਇੱਕ ਨਵਾਂ ਰੂਪ ਸਾਹਮਣੇ ਆ ਜਾਂਦਾ ਹੈ। ਇਹ ਚੇਤਨਾ ਦਾ ਫਰਕ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਮਨੁੱਖ ਦੇ ਪਾਸ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਉਹਦੀ ਚੇਤਨਾ ਹੈ ਕਿ ਉਹ ਜਗਤ ਨੂੰ ਆਪਣੇ ਇੱਕ ਦ੍ਰਿਸ਼ਟੀਕੋਣਾਂ ਤੋਂ, ਆਪਣੇ ਮਾਨਸਿਕ ਨਜ਼ਰੀਏ ਤੋਂ ਸਮਝਦਾ, ਵਾਚਦਾ ਅਤੇ ਹੰਡਾਉਂਦਾ ਹੈ। ਦੂਜੀ ਤਰਫ ਮਨੁੱਖ ਦੇ ਕੋਲ ਹੈ ਕਰਮ ਸੁਤੰਤਰਤਾ। ਹੁਣ ਪਸ਼ੂ ਹੈ, ਜੰਗਲ ਵਾਲਾ ਪਸ਼ੂ ਜਾਨਵਰ ਤਾਂ ਆਪ ਹੁਦਰਾ ਹੋ ਸਕਦਾ ਹੈ, ਪਰ ਪਾਲਤੂ ਨੂੰ ਕਿਸੇ ਜਿਹੜਾ ਹੈ ਮਰਯਾਦਾ ਦੇ ਵਿੱਚ, ਕਿਸੇ ਜ਼ਬਤ ਵਿੱਚ, ਕਿਸੇ ਕੰਟਰੋਲ ਵਿੱਚ ਰਹਿਣਾ ਪੈਂਦਾ। ਪਰ ਮਨੁੱਖ ਕੋਲੋਂ ਕਰਮ ਸੁਤੰਤਰਤਾ ਹੈ। ਕਰਮ ਦਾ ਭਾਵ ਇਹ ਜਿਵੇਂ ਦਾ ਵੀ ਕਰਨਾ ਚਾਹੇ। ਅੰਮ੍ਰਿਤਮਈ ਕਰਮ ਕਰਨਾ ਚਾਹੁੰਦਾ ਜਿਹਦੇ ਨਾਲ ਆਪਣਾ ਅਤੇ ਦੂਜਿਆਂ ਦਾ ਲਾਭ ਹੋਵੇ। ਬਿਖਮਈ ਕਰਮ ਕਰਨਾ ਚਾਹੁੰਦਾ ਜਿਹਦੇ ਨਾਲ ਆਪਣਾ ਅਤੇ ਦੂਜਿਆਂ ਦਾ ਅਹਿਤ ਹੁੰਦਾ ਹੋਵੇ। ਇਹ ਮਨੁੱਖ ਦੇ ਪਾਸ ਚੋਣ ਹੈ, ਕੇਵਲ ਚੋਣ ਹੈ, ਅਤੇ ਇਸੇ ਚੋਣ ਨੇ ਹੀ ਇਹਦੇ ਕਰਮ ਫਲ ਨੂੰ ਨਿਰਧਾਰਿਤ ਕਰਨਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਪਣੇ ਕਰਮ ਸੁਤੰਤਰਤਾ ਦੇ ਅੰਤਰਗਤ ਜਾਗੇ ਹੋਏ ਜੀਵਨ ਦੇ ਪੱਖ ਦੇ ਸਾਹਮਣੇ ਅੱਜ ਦਾ ਇੱਕ ਪ੍ਰਸ਼ਨ, ਇੱਕ ਦ੍ਰਿਸ਼ ਰੱਖਦੇ ਹਨ ਕਿ ਆਪਣੇ ਜੀਵਨ ਨੂੰ ਇਹਦੇ ਵਿੱਚੋਂ ਦੇਖੋ। ਹੁਣ ਕੁਦਰਤੀ ਹੈ, ਜਦੋਂ ਮਨੁੱਖ ਨੇ ਸਜੱਗ ਹੋਣਾ ਹੁੰਦਾ ਕਿਸੇ ਨਾ ਕਿਸੇ ਪੱਖ ਨੂੰ ਦੇਖਦਾ ਹੈ। ਕਿਸੇ ਗੰਭੀਰ ਰੋਗੀ ਨੂੰ ਦੇਖੇਗਾ, ਆਪਣੇ ਜੀਵਨ ਦੇ ਵਿੱਚ ਤੰਦਰੁਸਤੀ ਦੀ ਕਦਰ ਆਏਗੀ। ਕਿਸੇ ਜੀਵਨ ਨੂੰ ਅਗਿਆਨ ਦੇ ਵਿੱਚ ਖੁਆਰ ਹੁੰਦਿਆਂ ਦੇਖੇਗਾ, ਗਿਆਨ ਦੇ ਪ੍ਰਕਾਸ਼ ਦਾ ਥੋੜ੍ਹਾ ਮਹੱਤਵ ਵਧੇਗਾ ਜੀਵਨ 'ਚ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਅੱਜ ਦੇ ਸ਼ਲੋਕ ਦੁਆਰਾ ਦੇਖਿਆ ਉਹਨਾਂ ਦ੍ਰਿਸ਼ ਹੈ, ਪਰ ਉਸ ਦ੍ਰਿਸ਼ ਦੇ ਵਿੱਚੋਂ ਜੀਵਨ ਦੀ ਕਰਮਸ਼ੀਲਤਾ ਦੇ ਗਿਆਨ ਦਾ ਵੱਡਾ ਪੱਖ ਸਾਡੇ ਸਾਹਮਣੇ ਉਜਾਗਰ ਕੀਤਾ। ਦੇਖਦੇ ਅਸੀਂ ਵੀ ਬੜਾ ਕੁਝ ਹਾਂ, ਪਰ ਸਾਡੀ ਦ੍ਰਿਸ਼ਟੀ ਗਿਆਨਾਤਮਕ ਨਹੀਂ ਹੁੰਦੀ। ਅਸੀਂ ਚੀਜ਼ਾਂ ਨੂੰ ਕੇਵਲ ਦੇਖ ਹੀ ਰਹੇ ਹਾਂ, ਉਹਦੇ 'ਚ ਕੁਝ ਨਾ ਨਵਾਂ ਪੈਦਾ ਕਰ ਰਹੇ ਹਾਂ, ਨਾ ਕੁਝ ਸਾਨੂੰ ਦੀਰਘ ਸਮਝ ਆ ਰਿਹਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਰ ਦਰਵਾਜੈ ਜਾਏ ਕੈ, ਕਿਉ ਡਿਠੋ ਘੜੀਆਲ। ਕਹਿੰਦੇ ਕਦੀ ਜਿਹੜੇ ਚੌਧਰੀ ਲੋਕ ਹਨ, ਪਾਤਸ਼ਾਹ ਬਾਦਸ਼ਾਹ ਹੁੰਦੇ ਨੇ, ਇਹਨਾਂ ਦੇ ਦਰਵਾਜ਼ਿਆਂ 'ਤੇ ਜਾ ਕੇ ਦੇਖੋ, ਇੱਕ ਵੱਡਾ ਘੜਿਆਲ ਜਾਂ ਘੰਟਾ ਆਦਿ ਲਟਕਿਆ ਹੁੰਦਾ ਹੈ। ਕਹਿੰਦੇ ਦੇਖੀਦਾ ਹੈ ਕਿ ਉਸ ਘੰਟੇ ਨੂੰ ਜਦੋਂ ਕੋਈ ਲੰਘਦਾ ਹੈ, ਆਪਣੇ ਦਸਤਕ ਦੀ ਸੂਚਨਾ ਦੇਣ ਦੇ ਲਈ ਬਾਰ-ਬਾਰ ਖਟਕਾਉਂਦਾ ਹੈ। ਬਾਰ-ਬਾਰ ਉਹਦੇ ਅੰਦਰ ਦੇ ਖੜਕਣ ਦੀ ਧੁਨੀ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਅਤੇ ਉਹ ਬਾਬਾ ਫਰੀਦ ਸਾਹਿਬ ਜੀ ਦੇ ਅਨੁਸਾਰ ਉਹਨੂੰ ਚੋਟ ਮਿਲਦੀ ਹੈ। ਹਰ ਵਾਰੀ ਕੋਈ ਜ਼ੋਰ ਦੇ ਨਾਲ ਮਾਰਦਾ ਹੈ, ਕਿਉਂਕਿ ਹਰੇਕ ਆਉਣ ਵਾਲੇ ਨੂੰ ਖਿਆਲ ਹੈ ਕਿ ਜਿਤਨੀ ਜ਼ਿਆਦਾ ਘੰਟੇ ਦੀ ਘੜਿਆਲ ਦੀ ਆਵਾਜ਼ ਉੱਚੀ ਹੋਏਗੀ, ਉਤਨਾ ਮੇਰੀ ਤਰਫ ਧਿਆਨ ਜਿਹੜਾ ਵੀ ਜਿਹਦੇ ਪਾਸ ਜਾ ਰਿਹਾ ਉਹ ਵੱਧ ਦੇਵੇਗਾ।
ਔਰ ਕਈ ਵਾਰੀ ਬਹੁਤ ਜ਼ਿਆਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਦੇ ਜਾ ਕੇ ਦੇਖਣਾ, ਉਹ ਜਿਹੜਾ ਘੜਿਆਲ ਹੈ, ਜਿਹੜਾ ਦਰਵਾਜ਼ਿਆਂ ਦੇ ਉੱਪਰ, ਮੁੱਖ ਦੁਆਰਾਂ ਦੇ ਉੱਪਰ ਲਟਕਿਆ ਹੁੰਦਾ ਹੈ, ਆਪਣੇ ਆਉਣ ਦੀ ਸੂਚਨਾ ਦੇਣ ਦੇ ਲਈ ਜਿਸ ਨੂੰ ਉਹਦੇ ਉੱਪਰ ਟਿਕਾਇਆ ਜਾਂਦਾ ਹੈ, ਕਹਿੰਦੇ ਉਹਨੂੰ ਦੇਖ ਕੇ ਸਮਝ ਆਉਂਦਾ ਹੈ ਇਹ ਨਿਰਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ। ਹੁਣ ਆਮ ਦ੍ਰਿਸ਼ਟੀ ਕਹੇਗੀ ਜੇ ਘੰਟਾ ਘੜਿਆਲ ਲੱਗਾ ਦਰਵਾਜ਼ੇ 'ਤੇ, ਉਹਦਾ ਕੰਮ ਤਾਂ ਵੱਜਣਾ ਹੀ ਹੈ, ਸੂਚਨਾ ਹੀ ਦੇਣੀ ਹੈ, ਇਹਦੇ 'ਚ ਉਹਨੂੰ ਕਾਹਦਾ ਕਸ਼ਟ। ਆਮ ਦ੍ਰਿਸ਼ਟੀ ਤਾਂ ਇਹੀ ਕਹੇਗੀ ਕਿ ਜਿਹੜੀ ਚੀਜ਼ ਜਿਸ ਵਰਤੋਂ ਲਈ ਬਣੀ ਹੈ ਉਹਦਾ ਉਹੀ ਪ੍ਰਯੋਗ ਹੋਏਗਾ, ਇਸ ਕਰਕੇ ਉਹਦੇ ਨਾਲ ਕੋਈ ਹਮਦਰਦੀ ਨਹੀਂ, ਉਹਦੀ ਕੋਈ ਚਿੰਤਾ ਨਹੀਂ, ਜਾਂ ਉਹਦੇ ਬਾਰੇ ਇਸ ਤਰ੍ਹਾਂ ਦਾ ਕੋਈ ਜ਼ਿਕਰ ਠੀਕ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਕਿਹਾ ਇਹ ਨਿਰਦੋਸ਼ਾਂ ਮਾਰੀਐ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਨਿਰਦੋਸ਼ਾਂ ਵੀ ਇਹ ਤਾਂ ਨਿਰਦੋਸ਼ ਨੇ, ਕਿਉਂਕਿ ਇਹਦੇ ਅੰਦਰ ਚੇਤਨਾ ਨਹੀਂ ਹੈ। ਜਿਹੜਾ ਕੋਈ ਘੜਿਆਲ ਆਦਿਕ ਬਣਿਆ, ਚਾਹੇ ਪਿੱਤਲ ਦਾ ਹੈ ਚਾਹੇ ਕਿਸੇ ਹੋਰ ਵਸਤ ਦਾ ਹੈ, ਖਾਸ ਕਰਕੇ ਪਿੱਤਲ ਦਾ ਹੀ ਹੁੰਦਾ ਲਗਭਗ, ਤਾਂ ਕਹਿੰਦੇ ਕਿ ਇਹ ਨਿਰਦੋਸ਼ਾਂ, ਇਹਦੇ ਅੰਦਰ ਕੋਈ ਚੇਤਨਾ ਨਹੀਂ, ਇਹਨੇ ਕੋਈ ਮੰਦਾ ਕਰਮ ਨਹੀਂ ਕੀਤਾ, ਅਤੇ ਇਹਨੂੰ ਬਿਨਾਂ ਕੋਈ ਮੰਦਾ ਕਰਮ ਕੀਤਿਆਂ, ਨਾ ਕੋਈ ਚੇਤਨਾ ਹੁੰਦਿਆਂ ਜੜ ਪਦਾਰਥ ਹੈ ਇਹ। ਇੰਨੇ ਜ਼ਿਆਦਾ ਇਹਨੂੰ ਜਿਹੜੇ ਹਨ ਬਾਰ-ਬਾਰ ਚੋਟ ਮਿਲਦੀ ਹੈ, ਬਾਰ-ਬਾਰ ਇਹਨੂੰ ਜਿਹੜਾ ਟੁਣਕਾਇਆ ਜਾਂਦਾ, ਖੜਕਾਇਆ ਜਾਂਦਾ ਹੈ, ਇਹਦਾ ਅਹਿਤ ਕੀਤਾ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਮ ਦੋਸ਼ਾਂ ਦਾ ਕਿਆ ਹਾਲ। ਇਹਦੇ ਅੰਦਰ ਕੁਝ ਵੀ ਨਹੀਂ ਸੀ, ਤਾਂ ਵੀ ਇਹਨੂੰ ਇੰਨੀਆਂ ਚੋਟਾਂ ਪੈ ਰਹੀਆਂ ਨੇ। ਇਹਨੇ ਜੀਵਨ ਦੇ ਵਿੱਚ ਕੋਈ ਆਪਣੀ ਤਰਫੋਂ ਕੋਈ ਕਰਮ ਨਹੀਂ ਕੀਤਾ। ਪਿੱਤਲ ਜੇ ਨਹੀਂ ਵੀ ਘੜਿਆ ਪਿਆ ਹੋਇਆ ਤਾਂ ਉਹ ਕਿਸੇ ਦੇ ਜੀਵਨ ਦਾ ਨੁਕਸਾਨ ਨਹੀਂ ਕਰ ਰਿਹਾ, ਉਹਦੇ ਕਰਕੇ ਕਿਸੇ ਦੇ ਜੀਵਨ 'ਚ ਕੋਈ ਪ੍ਰਭਾਵ ਨਹੀਂ ਬਣ ਰਿਹਾ, ਉਹ ਤਾਂ ਨਿਸ਼ਕਿਰਿਆ ਬੈਠਾ ਹੋਇਆ, ਕਿਉਂਕਿ ਜੜ ਪਦਾਰਥ ਹੈ। ਪਰ ਕਹਿੰਦੇ ਕਿਸੇ ਨੇ ਘੜ ਕੇ ਘੜਿਆਲ ਬਣਾ ਦਿੱਤਾ ਅਤੇ ਉਹਨੂੰ ਲਗਾਤਾਰ ਚੋਟਾਂ ਮਿਲ ਰਹੀਆਂ ਨੇ। ਅਸੀਂ ਇਸ ਗੱਲ ਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੀਰਘਤਾ ਦੇ ਨਾਲ ਸਮਝਿਆ ਹੈ ਕਿ ਇਹਦੇ ਅੰਦਰ ਨਾ ਚੇਤਨਾ ਸੀ, ਨਾ ਇਹਦੇ ਕੋਲੋਂ ਕਰਮ ਸੁਤੰਤਰਤਾ ਸੀ, ਨਾ ਇਹਨੇ ਕੋਈ ਕਰਮ ਕੀਤਾ। ਬਸ ਇੱਕੋ ਹੀ ਕਰਮ ਹੈ ਕਿ ਇਹਨੂੰ ਦੀਵਾਰ ਦੇ ਉੱਪਰ ਲਟਕਾ ਦਿੱਤਾ ਗਿਆ ਹੈ, ਅਤੇ ਨਿਰਦੋਸ਼ ਹੋਣ ਦੇ ਬਾਵਜੂਦ ਵੀ ਇਹਨੂੰ ਹਰ ਵਕਤ ਜਿਹੜਾ ਹੈ ਖੜਕਾਇਆ ਜਾਂਦਾ ਹੈ, ਟੁਣਕਾਇਆ ਜਾਂਦਾ ਹੈ। ਤਾਂ ਕਹਿੰਦੇ ਇਸ ਨੂੰ ਦੇਖ ਕੇ ਖਿਆਲ ਉਪਜ ਰਿਹਾ ਹਮ ਦੋਸ਼ਾਂ ਦਾ ਕਿਆ ਹਾਲ, ਕਿ ਇਹ ਨਿਰਦੋਸ਼ ਨੂੰ ਇੰਨੀ ਜ਼ਿਆਦਾ ਚੋਟ ਹੈ ਜਗਤ ਦੇ ਵਿੱਚ ਚੱਲਦਿਆਂ, ਅਤੇ ਜਿਹੜੇ ਅਸੀਂ ਰੋਜ਼ਾਨਾ ਆਪਣੇ ਮਨ ਦੇ ਫੁਰਨਿਆਂ ਕਰਕੇ, ਆਪਣੇ ਅਸਾਧ ਖਿਆਲਾਂ ਕਰਕੇ, ਆਪਣੀਆਂ ਮਾਇਆਵੀ ਪ੍ਰਵਿਰਤੀਆਂ ਕਰਕੇ, ਆਪਣੇ ਵਾਸਨਾਮਈ ਜਿਹੜੇ ਮਾਨਸਿਕਤਾ ਕਰਕੇ ਰੋਜ਼ਾਨਾ ਹਜ਼ਾਰਾਂ ਦੋਸ਼ਾਂ ਦਾ ਭਾਰ ਆਪਣੇ ਸਿਰ ਉੱਪਰ ਲੈਂਦੇ ਹਾਂ, ਸਾਡਾ ਕੀ ਹਾਲ ਹੋਵੇਗਾ। ਇਹਨੂੰ ਕਰਮ ਸਜਗਤਾ ਵੀ ਕਿਹਾ ਜਾ ਸਕਦਾ। ਇੱਕ ਹੁੰਦੀ ਹੈ ਕਰਮਸ਼ੀਲਤਾ ਦਾ ਗਿਆਨ ਕਿ ਕਰਮ ਕਰਨਾ ਕਿਵੇਂ ਹੈ, ਪਰ ਇੱਕ ਹੁੰਦੀ ਹੈ ਕਰਮ ਸਜਗਤਾ ਕਿ ਕਰਮ ਨੂੰ ਇੰਨੀ ਸਾਵਧਾਨੀ, ਇੰਨੀ ਹੁਸ਼ਿਆਰੀ, ਇੰਨੀ ਚੇਤਨਤਾ ਦੇ ਨਾਲ ਕਰਨਾ ਕਿ ਕਰਮ ਦੇ ਵਿੱਚ ਬਾਅਦ ਦੇ ਵਿੱਚ ਕੋਈ ਮੈਲ ਰਹਿਣ ਹੀ ਨਾ ਦੇਣੀ। ਜਿਵੇਂ ਕੁਦਰਤੀ ਹੈ, ਧੋਬੀ ਕੱਪੜੇ ਧੋਂਦਾ ਹੈ ਤਾਂ ਪਹਿਲਾਂ ਉਹ ਕੱਪੜੇ ਦੇ ਉਹ ਹਿੱਸੇ ਧੋਂਦਾ ਹੈ ਜਿੱਥੋਂ ਪਤਾ ਜਲਦੀ ਕਿਤੇ ਮੈਲ ਨਹੀਂ ਨਿਕਲਣੀ, ਕਫ ਆਦਿਕ, ਗਲੇ ਆਦਿਕ ਦਾ ਹਿੱਸਾ ਧੋਂਦਾ, ਉਹਨੂੰ ਪਤਾ ਇਹ ਥੋੜ੍ਹਾ ਆਮ ਨਾਲੋਂ ਸਖਤ ਹੁੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜਿਹੜਾ ਕਰਮ ਸਜਗਤਾ ਹੈ, ਇਸ ਕਰਕੇ ਜਿਹੜੀ ਜੀਵਨ ਵਿੱਚੋਂ ਮੈਲ ਜਾਣੀ ਨਹੀਂ, ਉਹਦੀ ਤਰਫ ਆਖਦੇ ਹਨ ਹਮ ਦੋਸ਼ਾਂ ਦਾ ਕਿਆ ਹਾਲ। ਇਹੀ ਵੱਡੇ ਜਿਹੜੇ ਪੁਰਖ ਹੁੰਦੇ ਹਨ ਉਹਨਾਂ ਦੇ ਜੀਵਨ ਦਾ ਹੁੰਦਾ ਹੈ। ਹੁਣ ਬਾਬਾ ਅਸੀਂ ਬਾਣੀ ਦੇ ਵਿੱਚ ਵਾਕ ਪੜ੍ਹਦੇ ਹਾਂ, ਜਿਹੜੀ ਭਗਤ ਦੀ ਬੰਦਗੀ ਹੈ ਉਹ ਸਾਰੇ ਬ੍ਰਹਿਮੰਡ ਨਾਲ ਜੁੜੀ ਹੁੰਦੀ ਹੈ। ਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਦੇ ਵਾਕ ਆਉਂਦੇ ਹਨ, ਚਾਰ ਪਾਵਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਪਸ਼ੂ ਦੀ ਹਾਲਤ ਨੂੰ ਆਪਣੇ ਨਾਲ ਜੋੜ ਰਹੇ ਹਨ, ਉਹਦਾ ਵੱਡਾ ਅਰਥ ਸਮਝ ਰਹੇ ਹਨ, ਜਾਂ ਪਸ਼ੂ ਦੀ ਮਹੱਤਤਾ ਨੂੰ ਵੱਡਾ ਸਮਝ ਰਹੇ ਹਨ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ, ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਬਾਬਾ ਫਰੀਦ ਸਾਹਿਬ ਜੀ ਨੇ ਪ੍ਰਕਿਰਤੀ ਵਿੱਚੋਂ ਪੰਛੂਆਂ ਦਾ ਜੀਵਨ ਕਿੱਡਾ ਵੱਡਾ ਦੇਖਿਆ ਹੈ। ਉਹ ਆਖਦੇ ਹਨ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਕੋਇਲ ਦਾ ਰੰਗ ਤਾਂ ਕੁਦਰਤੀ ਕਾਲਾ ਹੈ, ਪਰ ਬਾਬਾ ਫਰੀਦ ਸਾਹਿਬ ਜੀ ਸਮਝਦੇ ਨੇ ਕਿ ਇਹ ਵਿਛੋੜੇ ਕਰਕੇ ਕਾਲੀ ਹੋਈ। ਇਸ ਕਰਕੇ ਭਗਤ ਦੀ ਬੰਦਗੀ ਪੂਰੇ ਬ੍ਰਹਿਮੰਡ ਨਾਲ ਜੁੜਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਮ ਦੋਸ਼ਾਂ ਦਾ ਕਿਆ ਹਾਲ। ਸਾਡੇ ਜੀਵਨ ਦੀ ਕੀ ਗਤੀ ਹੋਵੇਗੀ, ਇਹਦੇ 'ਚ ਸੋਚਣ ਦੀ ਸਮਰੱਥਾ ਨਹੀਂ ਹੈ, ਕਰਨ ਦੀ ਸਮਰੱਥਾ ਨਹੀਂ ਹੈ, ਨਾ ਕਦੀ ਕੁਝ ਇਹਨੇ ਕੀਤਾ ਹੈ ਇਸ ਘੜਿਆਲ ਨੇ, ਤਾਂ ਵੀ ਇੰਨੀਆਂ ਚੋਟਾਂ ਹਨ, ਇੰਨਾ ਕਸ਼ਟ ਹੈ, ਬਾਰ-ਬਾਰ ਦਾ ਕਸ਼ਟ ਹੈ। ਤੇ ਕਹਿੰਦੇ ਹਮ ਦੋਸ਼ਾਂ ਦਾ ਕਿਆ ਹਾਲ। ਇਸ ਕਰਕੇ ਜਿੰਨਾ ਚਿਰ ਜੀਵ ਆਪਣੇ ਕਰਮਾਂ ਪ੍ਰਤੀ ਪੂਰਨ ਸਜਗ ਨਹੀਂ ਹੁੰਦਾ,
ਉਹਨਾਂ ਚਿਰ ਉਹਦੀ ਅਧਿਆਤਮਿਕ ਮਾਰਗ 'ਤੇ ਚੱਲਣ ਵਾਲੀ ਸ਼ਿੱਦਤ ਦੇ ਵਿੱਚ ਫਰਕ ਹੋ ਸਕਦਾ ਹੈ। ਕਿਉਂਕਿ ਅਧਿਆਤਮਿਕ ਬੰਦੇ ਨੂੰ ਕਰਮ ਕਰਨਾ ਤਾਂ ਬੜੀ ਦੂਰ ਦੀ ਗੱਲ, ਜਿੱਥੇ ਕਰਮ ਦਾ ਫੁਰਨਾ ਪੈਦਾ ਹੁੰਦਾ ਉੱਥੇ ਹੀ ਸੁਚੇਤ ਰਹਿਣਾ ਪੈਂਦਾ ਹੈ। ਇੱਕ ਹੁੰਦਾ ਚੋਰੀ ਕਰ ਲਈ, ਪਰ ਜਿਹੜਾ ਅਧਿਆਤਮਿਕ ਮਾਰਗ ਦਾ ਪਾਂਧੀ ਹੈ ਉਹਨੂੰ ਤਾਂ ਉਸ ਨੁਕਤੇ 'ਤੇ ਖਲੋਣਾ ਪਏਗਾ ਜਿੱਥੇ ਜਾ ਕੇ ਲੋਭ ਬੜਾ ਸੂਖਮ ਰੂਪ ਦੇ ਵਿੱਚ ਪੈਦਾ ਹੁੰਦਾ ਹੈ। ਲੋਭ ਦੇ ਸੂਖਮ ਰੂਪ ਨੂੰ ਹੀ ਖਤਮ ਕਰ ਦੇਣਾ ਜਾਂ ਉਹਦੇ ਤੋਂ ਆਪਣੀ ਰੱਖਿਆ ਕਰਨੀ ਗਿਆਨ ਦੇ ਨਾਲ, ਆਪਣੀ ਭਗਤੀ ਦੇ ਜਬਤ ਨਾਲ। ਇਸ ਤਰ੍ਹਾਂ ਅਧਿਆਤਮਿਕ ਬੰਦੇ ਨੂੰ ਕਰਨਾ ਪੈਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਮ ਦੋਸ਼ਾਂ ਦਾ ਕਿਆ ਹਾਲ, ਕਿ ਅਸੀਂ ਤਾਂ ਰੋਜ਼ਾਨਾ ਦੋਸ਼ਾਂ ਦੇ ਨਾਲ ਭਰਦੇ ਜਾ ਰਹੇ ਹਾਂ। ਕੋਈ ਨਾ ਕੋਈ ਕਰਮ ਦੀ ਮੈਲ ਸਾਡੇ ਉੱਪਰ ਲੱਗਦੀ ਜਾ ਰਹੀ ਹੈ। ਕਿਸੇ ਨਾ ਕਿਸੇ ਕਰਮ ਦਾ ਜਿਹੜਾ ਫਲ ਹੈ ਉਹ ਸਾਨੂੰ ਮੈਲਾ ਕਰਦਾ ਜਾ ਰਿਹਾ ਹੈ। ਤਾਂ ਸਾਡੇ ਜੀਵਨ ਦੀ ਕੀ ਗਤੀ ਹੋਏਗੀ? ਇਸੇ ਤਰ੍ਹਾਂ ਵਿਚਾਰਦੇ ਹਨ। ਘੜੀਏ ਘੜੀਏ ਮਾਰੀਏ ਪਹਿਰੀ ਲਹੈ ਸਜਾਏ। ਹੁਣ ਇਸ ਸ਼ਲੋਕ ਦਾ ਅਗਲਾ ਪੱਖ ਹੈ, ਉਸੇ ਸ਼ਲੋਕ ਦਾ ਅਗਲਾ ਪੱਖ ਹੈ। ਕਹਿੰਦੇ ਕਿ ਘੜਿਆਲ ਦੀ ਫਿਰ ਹਾਲਤ ਕੀ ਹੁੰਦੀ ਹੈ? ਹਰ ਘੜੀ ਬਾਅਦ ਵਜਾਇਆ ਜਾਂਦਾ ਹੈ। ਹਰ ਘੜੀ ਦੇ ਬਾਅਦ ਜਦੋਂ, ਜਿਵੇਂ ਅੱਜ ਵੀ ਈਸਾਈ ਚਰਚਾਂ ਆਪ ਜੀ ਦੇਖੋ, ਉਹਦੇ ਵਿੱਚ ਬੜੇ ਵੱਡੇ ਘੰਟੇ ਆਦਿਕ ਲੱਗੇ ਹੁੰਦੇ ਹਨ, ਜਿਹੜੇ ਹਰ ਘੰਟੇ ਬਾਅਦ ਜਿਵੇਂ ਉਹਨਾਂ ਦੀ ਕੋਈ ਵਿਧਾਨ ਹੈ ਉਹ ਵਜਾਏ ਜਾਂਦੇ ਨੇ। ਜਿਵੇਂ ਕਿਸੇ ਬੰਦੇ ਦੀ ਕਾਲ ਵੱਸ ਹੋ ਜਾਵੇ, ਉਹਨੂੰ ਬੜਾ ਲੰਮਾ ਸਮਾਂ ਵਜਾਇਆ ਜਾਂਦਾ, ਜਿਵੇਂ 5-10 ਮਿੰਟ ਲਗਾਤਾਰ ਵਜਾਇਆ ਜਾਂਦਾ। ਮੰਦਰਾਂ ਵਿੱਚ ਵੀ ਇੰਝ ਹੁੰਦਾ ਸੀ, ਜਦੋਂ ਕਿਸੇ ਦੇ ਕਿਰਿਆ ਕਰਮ ਹੋਣੇ ਹੁੰਦੇ ਸਨ, ਬਹੁਤ ਲੰਮਾ ਸਮਾਂ ਲਗਾਤਾਰ ਟੱਲ ਵਜਾਏ ਜਾਂਦੇ ਸਨ। ਇੱਕ ਤਾਂ ਆਰਤੀ ਵੇਲੇ ਵੱਜਦੇ ਸਨ, ਇੱਕ ਕਿਰਿਆ ਕਰਮ ਵਾਲੇ ਬੜਾ ਲੰਬਾ ਸਮਾਂ ਵੱਜਦੇ ਸਨ। ਤਾਂ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ, ਘੜੀਏ ਘੜੀਏ ਮਾਰੀਏ, ਹਰ ਘੜੀ ਬਾਅਦ ਕਹਿੰਦੇ ਵਜਾਇਆ ਜਾਂਦਾ। ਪਹਿਰੀ ਲੈ ਸਜਾਏ, ਤੇ ਜਦੋਂ ਪਹਿਰ ਹੋ ਜਾਂਦਾ ਸੀ ਪੂਰਾ, ਉਰੋਂ ਗਜ਼ਲ ਵਜਾਈ ਜਾਂਦੀ ਸੀ। ਗਜ਼ਲ ਦਾ ਭਾਵ ਕਿ ਇੱਕ ਖਾਸ ਤਰ੍ਹਾਂ ਦੀ ਟੁਣਕਾਰ ਹੁੰਦੀ ਸੀ ਘੜਿਆਲ ਦੇ ਵਿੱਚ। ਜਿਵੇਂ 7 ਵਾਰੀ ਲਗਾਤਾਰ ਖੜਕਾਉਣਾ, ਉਹਦੀ ਆਵਾਜ਼ ਨੂੰ ਗੂੰਜਣ ਦੇਣਾ, ਫਿਰ 2 ਸਕਿੰਟ ਰੋਕ ਕੇ ਫਿਰ ਲਗਾਤਾਰ ਵਜਾਉਣਾ, ਅਤੇ ਔਰ ਕਿੰਨਾ ਚਿਰ ਵਜਾਉਂਦੇ ਰਹਿਣਾ ਤਾਂ ਕਿ ਪਤਾ ਲੱਗ ਜਾਏ ਕਿ ਇੱਕ ਪਹਿਰ ਬਤੀਤ ਹੋ ਗਿਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ 3 ਤਰੀਕਿਆਂ ਨਾਲ ਚੋਟਾਂ ਪਹੁੰਚਦੀਆਂ ਨੇ। ਇੱਕ ਜਦੋਂ ਕੋਈ ਦਸਤਕ ਦਿੰਦਾ ਹੈ ਉਦੋਂ ਉਹਨੂੰ ਖੜਕਾਉਂਦਾ ਹੈ। ਇੱਕ ਜਦੋਂ ਘੜੀ ਬੀਤ ਜਾਂਦੀ ਹੈ ਉਹਦੀ ਸੂਚਨਾ ਦੇਣ ਦੇ ਲਈ ਖੜਕਾਇਆ ਜਾਂਦਾ ਹੈ। ਇੱਕ ਜਦੋਂ ਪਹਿਰ ਬੀਤ ਜਾਂਦਾ ਉਦੋਂ ਦਿੱਤਾ ਜਾਂਦਾ। ਸਾਰਾ ਦਿਨ ਐਸਾ ਹੀ ਚੱਲਦਾ ਰਹਿੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਉਹ ਜਿਹੜਾ ਘੜਿਆਲ ਉਹ ਬਾਰ-ਬਾਰ ਦੁਖੀ ਹੁੰਦਾ ਹੈ। ਇੰਝ ਜਿਹੜੀ ਇਹਨਾਂ ਦੇ ਜੀਵਨ ਦੀ ਜਿਹੜਾ ਪ੍ਰਯੋਜਨ ਬੰਦਗੀ ਦੇ ਨਾਲ ਨਹੀਂ ਜੁੜਿਆ, ਉਹ ਦੁਖੀ ਦਾ ਭਾਵ ਦੁਖੀ, ਉਹਨਾਂ ਦੀ ਰਹਿਣ ਦੁੱਖਾਂ ਵਿੱਚ ਬਤੀਤ ਹੋ ਗਈ। ਇਹਦਾ ਭਾਵ ਇਹ ਹੈ, ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸੂਖਮ ਨਿਰਣਾ ਕੀਤਾ, ਆਪਣੇ ਮਨ ਦੀ ਹਾਲਤ ਨੂੰ ਰੂਪਕ ਦੁਆਰਾ ਬਿਆਨ ਕੀਤਾ ਤਾਂ ਕਿ ਸਮਝ ਆ ਜਾਵੇ। ਉਹਨਾਂ ਜ਼ਿਕਰ ਕੀਤਾ ਘੜੀਏ ਘੜੀਏ ਮਾਹਰੀਏ, ਅਤੇ ਜ਼ਿਕਰ ਕਰਦੇ ਹਨ ਕਿ ਇੱਕ ਦੁਆਰ 'ਤੇ ਆਇਆ ਜਿਹਨੇ ਦਸਤਕ ਦੇਣੀ ਹੈ ਕਿ ਮੈਂ ਆਇਆ ਹੋਇਆ ਕਿਸੇ ਕੰਮ ਲਈ। ਜਿਵੇਂ ਵਰਤਮਾਨ ਸਮੇਂ ਦੇ ਵਿੱਚ ਇਲੈਕਟ੍ਰਿਕ ਬੈਲ ਚੱਲ ਪਈ ਹੈ, ਪਹਿਲਾਂ ਇਸ ਤਰ੍ਹਾਂ ਦੇ ਸਾਧਨ ਸਨ। ਆਉਣ ਦੇ ਲਈ ਉਹ ਪਹਿਲਾਂ ਦਸਤਕ ਦਿੰਦਾ ਕਿ ਮੈਂ ਕੋਈ ਆਇਆ ਹੈ ਦੁਆਰ 'ਤੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿਸੇ ਨੇ ਰਾਜੇ ਦੇ ਦੁਆਰ 'ਤੇ ਆਉਣਾ, ਉਹਨੇ ਦਸਤਕ ਦੇਣ ਦੇ ਲਈ ਘੰਟੀ ਵਜਾਉਣੀ ਹੈ, ਘੜਿਆਲ ਵਜਾਉਣਾ। ਇਹ ਤਾਂ ਗੱਲ ਮੰਨੀ, ਇਹ ਤਾਂ ਪ੍ਰਚਲਿਤ ਹੈ ਜਗਤ ਵਿੱਚ। ਹੁਣ ਜਿਹੜਾ ਆਇਆ ਉਹਨੂੰ ਵੀ ਕੋਈ ਕੰਮ ਹੈ, ਜਿਹਦੇ ਕੋਲ ਆਇਆ ਉਹਦੇ ਵੀ ਕੋਲ ਉਹ ਵੀ ਸਮਰੱਥਾ ਹੈ ਕਿ ਉਹਦਾ ਨਿਰਣਾ ਕਰ ਸਕਦਾ, ਉਹਦਾ ਝਗੜਾ ਸੁਣ ਸਕਦਾ ਹੈ। ਪਰ ਕਹਿੰਦੇ ਮਨ ਦੇ ਤਲ 'ਤੇ ਜਿਹੜੇ ਫੁਰਨੇ ਹਨ ਇਹਨਾਂ ਦਾ ਕੋਈ ਅਰਥ ਨਹੀਂ। ਜਿਹੜੇ ਮਨ ਦੇ ਤਲ 'ਤੇ ਫੁਰਨੇ ਆਉਂਦੇ ਹਨ ਅਤੇ ਮਨ ਦੇ ਘੜਿਆਲ ਨੂੰ ਵਜਾ ਕੇ ਅੱਗੇ ਲੰਘ ਜਾਂਦੇ ਹਨ, ਸ਼ੋਰ ਪੈਦਾ ਕਰ ਜਾਂਦੇ ਹਨ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਨਾਂ ਦੇ ਆਉਣ ਦਾ ਵੀ ਕੋਈ ਕਾਰਨ ਨਹੀਂ। ਜਦੋਂ ਇਹ ਪੂਰੇ ਹੋ ਜਾਂਦੇ ਨੇ ਉਦੋਂ ਵੀ ਕੋਈ ਇਹਨਾਂ ਦਾ ਵੱਡਾ ਅਰਥ ਨਹੀਂ, ਅਤੇ ਜਦੋਂ ਇਹਨਾਂ ਦੇ ਵੱਡੇ ਅਰਥ ਨੂੰ ਜ਼ਿੰਦਗੀ ਭਰ ਹੰਡਾਇਆ ਜਾਂਦਾ ਉਦੋਂ ਵੀ ਕੋਈ ਬਹੁਤੀ ਸਾਰਥਿਕਤਾ ਨਹੀਂ ਮਿਲਦੀ। ਭਾਵ ਇਹ ਹੈ ਕਿ ਜਿਵੇਂ ਹੁਣ ਕਈ ਵਾਰੀ ਇਹਦੇ ਵਿੱਚ ਸ਼ਰਾਰਤ ਵੀ, ਜਿਵੇਂ ਅੱਜ ਵੀ ਇਲੈਕਟ੍ਰੀਕਲ ਬੈਲ ਲੱਗੀ ਹੁੰਦੀ ਹੈ, ਸ਼ਰਾਰਤੀ ਕਿਸਮ ਦੇ ਬੱਚੇ ਕਿ ਘਰ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾਵੇ, ਜਾਣ ਬੁੱਝ ਕੇ ਵਜਾ ਕੇ ਲੰਘ ਜਾਂਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਮਨ ਪੂਰੀ ਤਰ੍ਹਾਂ ਸੁਚੇਤ ਨਹੀਂ ਹੈ, ਜਿਹੜਾ ਮਨ ਮਾਇਆ ਦੇ ਦੁਆਰ 'ਤੇ ਲਟਕਿਆ ਹੋਇਆ ਹੈ, ਉੱਥੇ ਬੜੇ ਫੁਰਨੇ ਆਉਣਗੇ। ਕਦੇ ਮਨ ਰੂਪ ਘੜਿਆਲ ਨੂੰ ਲੋਭ ਦੇ ਫੁਰਨੇ ਦੇ ਸਹਿਤ ਵਜਾ ਦਿੱਤਾ ਗਿਆ,
ਲੋਭ ਦਾ ਸ਼ੋਰ ਪੈਦਾ ਕੀਤਾ, ਬੜੀ ਦੂਰ ਤੱਕ ਚੋਰੀ ਕਰਨ ਬਾਰੇ ਸੋਚਿਆ। ਕਦੇ ਕਾਮ ਦੇ ਫੁਰਨੇ ਨੇ ਅੰਦੋਲਤ ਕੀਤਾ, ਬੜੀ ਦੂਰ ਤੱਕ ਆਪਣੀ ਵਾਸਨਾ ਦੀ ਕਲਪਨਾ ਲੈ ਕੇ ਗਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਦੇ 'ਤੇ ਵੱਜਣ ਦਾ ਕੋਈ ਨਾ ਕੋਈ ਕਾਰਨ ਹੈ, ਪਰ ਜਿਹੜੇ ਫੁਰਨੇ ਮਨ ਦੇ ਘੜਿਆਲ ਨੂੰ ਰੋਜ਼ਾਨਾ ਵਜਾਉਂਦੇ ਨੇ, ਨਾ ਤਾਂ ਉਹਨਾਂ ਦਾ ਕੋਈ ਵੱਡਾ ਕਾਰਨ ਹੈ। ਜੇ ਉਹਨਾਂ ਦੇ ਕਾਰਨ ਦੀ ਅੱਗੇ ਚਰਚਾ ਕੀਤੀ ਜਾਵੇ ਤਾਂ ਕੋਈ ਵੱਡਾ ਅਰਥ ਨਹੀਂ ਹੈ। ਭਾਵ ਕਿ ਲੋਭ ਦੇ ਮਗਰ ਲੱਗ ਕੇ ਚੋਰੀ ਕਰ ਲਈ, ਕੁਝ ਹੋਰ ਕਰ ਲਏ, ਇਹਦਾ ਕੀ ਵੱਡਾ ਅਰਥ ਕੱਢਾਂਗੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜਦੋਂ ਮਨ ਰੂਪ ਜਿਹੜਾ ਘੜਿਆਲ ਵੱਜਦਾ ਹੈ, ਜਿਹਦੇ ਦੁਆਰ 'ਤੇ ਲੱਗਾ ਹੁੰਦਾ, ਉਹ ਸੁਚੇਤ ਹੋ ਜਾਂਦਾ ਹੈ। ਜਦੋਂ ਇਲੈਕਟ੍ਰੀਕਲ ਬੈਲ ਵੱਜੇ ਜਾਂ ਕੁਦਰਤੀ ਮੰਦਰ ਦੇ ਵਿੱਚ ਟੱਲ ਖੜਕੇ ਜਿਹੜਾ ਮੰਦਰ ਦੇ ਅੰਦਰ ਹੋਏਗਾ, ਉਹ ਸੁਚੇਤ ਹੋ ਜਾਂਦਾ, ਉਹਨੂੰ ਪਤਾ ਹੈ ਕੋਈ ਨਾ ਕੋਈ ਆਇਆ ਹੋਏਗਾ। ਪਰ ਕਹਿੰਦੇ ਮਨ ਦੇ ਰੂਪ ਘੜਿਆਲ ਨੂੰ ਰੋਜ਼ਾਨਾ ਫੁਰਨਿਆਂ ਦੀਆਂ ਇੰਨੀਆਂ ਚੋਟਾਂ ਵੱਜਦੀਆਂ ਨੇ, ਪਰ ਇਹ ਕਦੀ ਸੁਚੇਤ ਨਹੀਂ ਹੁੰਦਾ, ਸਗੋਂ ਉਹਨਾਂ ਫੁਰਨਿਆਂ ਦੇ ਅਨੁਸਾਰ ਹੀ ਆਪਣਾ ਸੁਭਾਅ ਬਣਾਈ ਰੱਖਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜਿਨ੍ਹਾਂ ਨੇ ਇੰਜ ਜੀਵਨ ਦੇ ਵਿੱਚ ਜੋ ਵੀ ਫੁਰਨੇ ਆਏ, ਕਦੇ ਉਹਨਾਂ ਦੀ ਵਿਚਾਰ ਨਾ ਕੀਤੀ। ਹੁਣ ਕੁਦਰਤੀ ਹੈ, ਜਦੋਂ ਘੜਿਆਲ ਵਜਾ ਦਿੰਦੇ ਸਨ ਤਾਂ ਜਿਹੜੇ ਪਹਿਲੇ ਸਮਿਆਂ ਦੇ ਵਿੱਚ ਘੜਿਆਲ ਲੱਗੇ ਸਨ, ਉਹਨਾਂ ਵਿੱਚ ਇੱਕ ਮਰਿਆਦਾ ਹੁੰਦੀ ਸੀ ਕਿ ਇੰਨੇ ਸਮੇਂ ਤੋਂ ਲੈ ਕੇ ਇੰਨੇ ਸਮੇਂ ਤੱਕ ਘੜਿਆਲ ਵਜਾਇਆ ਜਾਏਗਾ। ਜਿਹੜਾ ਇਸ ਤੋਂ ਬਾਅਦ ਵਜਾਏਗਾ ਉਹ ਭਾਵੇਂ ਕਿੰਨਾ ਵੀ ਜ਼ਰੂਰੀ ਹੋਵੇ ਨਹੀਂ ਸੁਣਿਆ ਜਾਂਦਾ ਸੀ। ਸਮਾਂ ਹੁੰਦਾ ਸੀ, ਜਿਵੇਂ ਸਵੇਰ ਵੇਲੇ ਪੈਰ ਦੇ ਇੱਕ ਪੈਰ ਸਵੇਰ ਦਾ ਹੁੰਦਾ ਸੀ, ਇੱਕ ਦੁਪਹਿਰ ਤੋਂ ਬਾਅਦ ਦਾ ਹੁੰਦਾ ਸੀ, ਕਿਉਂਕਿ ਉਦੋਂ ਉਹ ਵੀ ਫਿਰ ਸਿੱਧਾ ਬਾਦਸ਼ਾਹ ਦੇ ਪਾਸ ਨਹੀਂ ਸੀ ਹੁੰਦਾ। ਘੜਿਆਲ ਜਿੱਥੇ ਵੱਜਦਾ ਸੀ, ਉਹਦੇ ਅੰਦਰ ਇੱਕ ਕਰਮਚਾਰੀ ਬੈਠਾ ਹੁੰਦਾ ਸੀ। ਉਹ ਬਾਹਰ ਆ ਕੇ ਪਹਿਲਾਂ ਸੁੱਧ ਲੈਂਦਾ ਸੀ ਕਿ ਹਾਂ ਵਾਕਿਆ ਹੀ ਇਹ ਬੰਦਾ ਬਾਦਸ਼ਾਹ ਨੂੰ ਜਾਂ ਜਿਹੜਾ ਕੋਈ ਨਿਆਂ ਕਰਨ ਵਾਲਾ ਉਹਦੇ ਮਿਲਣ ਦੇ ਯੋਗ ਹੈ ਵੀ ਜਾਂ ਨਹੀਂ, ਉਹ ਨਿਰਣਾ ਕਰਦਾ ਸੀ। ਫਿਰ ਜਾ ਕੇ ਉਹਨੂੰ ਮਿਲਣ ਦਾ ਮੌਕਾ ਮਿਲਦਾ ਸੀ। ਪਰ ਜਿਹੜੀ ਸਾਡੇ ਮਨ ਦੀ ਅਵਸਥਾ ਹੈ ਤਾਂ ਉਹ ਕੁਦਰਤੀ ਇਵੇਂ ਹੈ ਕਿ ਜਿੰਨੇ ਮਰਜ਼ੀ ਫੁਰਨੇ ਆਈ ਜਾਣ, ਅਸੀਂ ਇਸ ਗੱਲ ਦੀ ਕਦੀ ਪਰਵਾਹ ਨਹੀਂ ਕੀਤੀ। ਉਹਨਾਂ ਫੁਰਨਿਆਂ ਦੇ ਕਰਕੇ ਜਦੋਂ ਕਰਮ ਬਣ ਜਾਂਦਾ, ਕਰਮ ਦੇ ਕਰਕੇ ਕੋਈ ਮੈਲਾ ਸ਼ੋਰ ਬਣਦਾ ਹੈ, ਇਸ ਗੱਲ ਦੀ ਵੀ ਸਾਨੂੰ ਚਿੰਤਾ ਨਹੀਂ। ਸਾਨੂੰ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਕਰਮ ਦਾ ਪੂਰਾ ਪ੍ਰਤੱਖ ਰੂਪ ਪ੍ਰਗਟ ਹੋ ਜਾਂਦਾ ਹੈ, ਚਾਹੇ ਉਹ ਸਹੀ ਹੋਵੇ ਚਾਹੇ ਗਲਤ ਹੋਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੋ ਹੇੜਾ ਘੜਿਆਲ ਜਿਉਂ ਆ ਜਿਹੜਾ ਅੰਤਰੀਵ ਹਿਰਦਾ ਹੈ, ਘੜਿਆਲ ਵਾਂਗ ਵੱਜਦਾ ਰਹਿੰਦਾ ਹੈ। ਅਤੇ ਜਿਨ੍ਹਾਂ ਨੇ ਫੁਰਨਿਆਂ ਰੂਪ ਦਸਤਕ ਦੇਣ ਵਾਲਿਆਂ ਨੂੰ ਨਹੀਂ ਰੋਕਿਆ, ਜਿਨ੍ਹਾਂ ਨੇ ਇਸ ਮਨ ਰੂਪ ਘੜਿਆਲ ਦੀ ਹੋਂਦ ਨੂੰ ਉੱਚਾ ਨਹੀਂ ਕੀਤਾ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਖੀ ਰਹਿਣ ਵਿਹਾਏ। ਉਹਨਾਂ ਦੇ ਜੀਵਨ ਦੀ ਹਾਲਤ ਘੜਿਆਲ ਵਾਂਗ ਵਾਰ-ਵਾਰ ਵੱਜਣ ਕਰਕੇ ਦੁਖੀ ਰਹਿੰਦੀ ਹੈ। ਹੁਣ ਕੁਦਰਤੀ ਹੈ, ਕਈ ਮੰਦਰਾਂ ਦੇ ਵਿੱਚ ਜਾਓ, ਬਹੁਤ ਉੱਚਾ ਲਗਾਇਆ ਹੁੰਦਾ, ਕੋਈ 6-7 ਫੁੱਟ ਕੱਦ ਦਾ ਬੰਦਾ ਹੋਵੇ, ਫਿਰ ਜਾ ਕੇ ਉਹਦੇ ਹੱਥ ਲੱਗਦੇ ਨੇ। ਕਾਰਨ ਕੀ ਹੈ ਕਿ ਜੇ ਬੱਚੇ ਦੀ ਥੂਣ ਦੇ ਤਲ 'ਤੇ ਲਾ ਦਿੱਤਾ, ਉਹਨੇ ਮਿੰਟ ਬਾਅਦ ਖੜਾ ਕਰਨਾ ਹੈ। ਇਸ ਕਰਕੇ ਜੇ ਮਨ ਨੂੰ ਉਚਾਈ ਵੱਲ ਨਾ ਲੈ ਕੇ ਗਏ, ਭਾਵ ਕਿ ਉਹਨੂੰ ਆਮ ਨਿੰਦਿਆ ਵਾਲੇ ਰਸ ਤੋਂ, ਖਾਣ ਪੀਣ ਦੇ ਰਸਾਂ ਤੋਂ, ਵਿਕਾਰਾਂ ਦੇ ਰਸਾਂ ਤੋਂ ਥੋੜ੍ਹਾ ਉੱਪਰ ਨਾ ਚੁੱਕਿਆ, ਅਤੇ ਵਿਕਾਰਾਂ ਦੀ ਪਹੁੰਚ ਬੜੀ ਛੋਟੀ ਹੈ, ਬੜੀ ਨੀਵੀਂ, ਉਹਨੇ ਝੱਟ ਹੀ ਆਪਣੀ ਤਰਫ ਲਗਾਈ ਰੱਖਣੀ, ਥੋੜ੍ਹਾ ਉੱਚਾ ਕਰਨਾ ਪਏਗਾ। ਤਾਂ ਆਖਦੇ ਹਨ ਦੁਖੀ ਰਹਿਣ ਵਿਹਾਏ। ਹੁਣ ਇਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਕਰਮ ਸਜਗਤਾ ਦਾ ਇੱਕ ਨੁਕਤਾ ਦੱਸਿਆ। ਕਰਮ ਸਜਗਤਾ ਦਾ ਮਤਲਬ, ਕਾਨੂੰਨ ਆਖਦਾ ਹੈ ਕਿ ਜਿਹੜਾ ਚੋਰੀ ਕਰਦਾ ਪਕੜਿਆ ਗਿਆ ਉਹਨੂੰ ਜੇਲ੍ਹ ਵਿੱਚ ਪਾਵਾਂਗੇ। ਅਧਿਆਤਮਕ ਜਗਤ ਕਹਿੰਦਾ ਚੋਰੀ ਕਰਨਾ, ਕਤਲ ਕਰਨਾ, ਬੇਈਮਾਨੀ ਕਰਨਾ ਇਹ ਸਾਡਾ ਵਿਸ਼ਾ ਹੀ ਨਹੀਂ, ਅਸੀਂ ਇਹਦੇ 'ਤੇ ਬੋਲਦੇ ਹੀ ਨਹੀਂ। ਅਸੀਂ ਤਾਂ ਬੋਲਦੇ ਹਾਂ ਇਸ ਵਿਸ਼ੇ 'ਤੇ। ਅਧਿਆਤਮਕ ਜਗਤ ਇਸ ਗੱਲ 'ਤੇ ਬੋਲਦਾ ਹੈ ਕਿ ਜਦੋਂ ਪਹਿਲੀ ਦਫਾ ਅਚੇਤ ਰੂਪ ਦੇ ਵਿੱਚ ਬੰਦੇ ਦੇ ਅੰਦਰ ਕੋਈ ਅਸਾਧ ਫੁਰਨਾ ਦਾਖਲ ਹੋ ਰਿਹਾ, ਭਾਵ ਕਿ ਅੱਜ ਕਿਸੇ ਦੀ ਵਸਤ ਨੂੰ ਦੇਖ ਕੇ ਲੋਭ ਦਾ ਖਿਆਲ ਆਇਆ ਹੈ, ਉਸ ਨੁਕਤੇ 'ਤੇ ਹੀ ਧਰਮ ਬੋਲਦਾ ਹੈ। ਅਤੇ ਧਰਮ ਕਹਿੰਦਾ ਇਹਦੀ ਸੰਭਾਲ ਕਰ, ਇਹ ਵੱਖਰਾ, ਇਹ ਸੰਸਾਰੀ ਨੁਕਤਾ ਹੈ ਕਿ ਅਪਰਾਧੀ ਨੂੰ ਜੇਲ੍ਹ 'ਚ ਪਾ ਦਿਆਂਗੇ। ਧਰਮ ਮਨੁੱਖ ਨੂੰ ਪਾਪ ਦੀ ਪਹਿਲੀ ਸੰਭਾਵਨਾ ਤੋਂ ਹੀ ਬਚਾਉਂਦਾ ਹੈ। ਇਹੀ ਧਰਮ ਦੀ ਖੂਬਸੂਰਤੀ। ਇਸ ਕਰਕੇ ਧਰਮ ਨੂੰ ਅੰਤਰੀਵ ਦਾ ਵਿਸ਼ਾ ਕਿਹਾ ਜਾਂਦਾ ਹੈ। ਬਾਹਰੋਂ ਤਾਂ ਹੁਣ ਕੁਦਰਤੀ ਹੈ, ਬਾਹਰ ਕਈ ਅੰਕੁਸ਼ ਲੱਗੇ ਹੋਏ ਨੇ, CCTV ਲੱਗੇ ਹੋਏ ਨੇ, ਹਰੇਕ ਵਸਤੂ ਦਾ ਮਾਲਕ ਮੌਜੂਦ ਹੈ ਬਾਹਰ। ਜੇ ਉਹਦਾ ਮਾਲਕ ਨਹੀਂ ਹੈ ਤਾਂ ਕੋਈ ਤੀਜਾ ਸਾਨੂੰ ਦੇਖ ਲਏਗਾ। ਬਾਹਰ ਤਾਂ ਬੜੇ ਅੰਕੁਸ਼ ਨੇ ਮਨ ਦੇ ਪਾਪੀ ਹਾਲਤ ਨੂੰ ਵਿਰਾਮ ਲਾਉਣ ਦੇ ਲਈ, ਪਰ ਅੰਦਰ ਜਿਹੜਾ ਕੋਈ ਗਿਆਨ ਦਾ ਅੰਕੁਸ਼ ਹੈ, ਕੁੰਡਾ ਹੈ, ਉਹ ਬਹੁਤ ਘੱਟ ਮੌਜੂਦ ਹੈ। ਉਹ ਤਾਂ ਮੌਜੂਦ ਹੋਏਗਾ
ਜੇ ਰੋਜ਼ਾਨਾ ਗੁਰ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਆਪਣੀ ਬੁੱਧ ਨੂੰ ਪੂਰੀ ਤਰ੍ਹਾਂ ਵਿਵੇਕ ਦੇ ਸਹਿਤ ਸਾਧਿਆ ਹੋਵੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਸੋ ਹੇੜਾ ਘੜੀਆਲ ਜਿਉਂ ਦੁਖੀ ਰਹਿਣ ਵਿਹਾਏ। ਹੁਣ ਕਿੰਨਾ ਵੱਡਾ ਜ਼ਿਕਰ ਕੀਤਾ ਬਾਬਾ ਫਰੀਦ ਸਾਹਿਬ ਜੀ ਨੇ। ਦਿਨ ਸਮੇਂ ਬਾਹਰ ਦੀ ਵਾਸਨਾ ਸਤਾਉਂਦੀ ਹੈ, ਰਾਤ ਸਮੇਂ ਉਹੀ ਵਾਸਨਾ ਅੰਤਰੀਵ ਹੋ ਜਾਂਦੀ ਹੈ, ਫਿਰ ਸੁਪਨ ਅਵਸਥਾ ਦੁਆਰਾ ਸਤਾਉਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬਾਦਸ਼ਾਹਾਂ ਦਾ ਘੜਿਆਲ ਤਾਂ ਕੁਝ ਪੈਰਾਂ ਵਿੱਚ ਵੱਜਦਾ ਹੈ, ਔਰ ਉਹਦੇ ਵੱਜਣ ਦੇ ਨਾਲ ਧਰਤੀ 'ਤੇ ਕੋਈ ਕੰਮ ਵੀ ਸੌਰਦੇ ਨੇ। ਮਨ ਰੂਪ ਘੜਿਆਲ ਵੱਜਣ ਦੇ ਨਾਲ ਜੀਵਨ ਦੇ ਵਿੱਚ ਦੋਸ਼ਾਂ ਦਾ ਭਾਰ ਹੀ ਵੱਧਦਾ ਹੈ, ਅਤੇ ਵੱਡੀ ਗੱਲ ਹੈ ਹਰ ਵੇਲੇ ਵੱਜਦਾ ਰਹਿੰਦਾ। ਇਸ ਕਰਕੇ ਕਹਿੰਦੇ ਦੁਖੀ ਰਹਿਣ ਵਿਹਾਏ। ਜ਼ਿਕਰ ਮਿਲਦਾ ਕਿ ਇੱਕ ਵਾਰੀ ਕੋਈ ਉਹ ਟੱਲ ਦੇ ਨਾਲ ਰੱਸੀ ਜੀ ਵੀ ਕਈ ਵਾਰੀ ਬੱਧੀ ਹੁੰਦੀ ਛੋਟੀ ਜੀ, ਕਿ ਹੱਥ 'ਚ ਪਕੜ 'ਚ ਆ ਜਾਏ ਉਹਦੀ ਮੇਨ ਘੰਟੀ ਜੀ। ਤਾਂ ਕਹਿੰਦੇ ਕੋਈ ਦੀਵਾਰ 'ਤੇ ਘੜਿਆਲ ਲੱਗਾ ਹੋਇਆ ਸੀ, ਅਤੇ ਸਾਰੀ ਰਾਤ ਉਹ ਘੜਿਆਲ ਖੜਕਦਾ ਰਿਹਾ। ਜਿਹੜੇ ਕਰਮਚਾਰੀ ਉਹ ਵੀ ਵਿਚਾਰੇ ਸੁੱਤੇ ਰਹੇ, ਪਰ ਤੰਗ ਰਹੇ ਵੀ ਕੌਣ ਖੜਕਾ ਰਿਹਾ। ਉਚੇਚ ਨਾ ਕੀਤੀ। ਜਦੋਂ ਸਵੇਰ ਵੇਲੇ ਦੇਖਿਆ ਤਾਂ ਕੋਈ ਬਲਦ ਸੀ, ਉਹਨੇ ਮੁੱਖ ਦੇ ਵਿੱਚ ਉੱਚਾ ਕਰਕੇ ਉਹ ਰੱਸੀ ਪਕੜ ਕੇ ਬਾਰ-ਬਾਰ ਉਹਨੂੰ ਆਪਣਾ ਹੀ ਕੋਈ ਸਵਾਦ ਆ ਰਿਹਾ ਹੋਏਗਾ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਇਹ ਮਨ ਅਸਾਧ ਫੁਰਨਿਆਂ ਦੇ ਵੱਸ ਹੋ ਜਾਂਦਾ, ਫਿਰ ਸਾਰੀ ਰਾਤ ਇਹਦਾ ਖੜਾਕ ਚੱਲਦਾ ਹੈ। ਫਿਰ ਅੰਮ੍ਰਿਤ ਵੇਲੇ ਦੀ ਪ੍ਰਵਾਹ ਨਹੀਂ ਵੀ ਕਰਦੇ ਕਿ ਹੁਣ ਹੀ ਮੰਦ ਕਰਮ ਤੋਂ ਰੁਕ ਜਾਈਏ। ਫਿਰ ਕਦੇ ਧਰਮ ਦੁਆਰ ਦੇ ਨੇੜੇ ਬੈਠਿਆਂ ਵੀ ਸੰਗ ਸ਼ਰਮ ਨਹੀਂ ਆਉਂਦੀ ਕਿ ਹੁਣ ਉੱਧਰ ਪਵਿੱਤਰ ਮਰਿਆਦਾ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ, ਭਗਤੀ ਦਾ ਕਰਮ ਸ਼ੁਰੂ ਹੋ ਗਿਆ, ਘੱਟੋ ਘੱਟ ਹੋਣੀ ਆਪਣੀ ਚੋਰੀ ਜਾਂ ਵਾਸਨਾ ਜਾਂ ਹੋਰ ਜੋਈ ਮੰਦ ਕਰਮ ਦੀ ਚੇਸ਼ਟਾ ਉਹਨੂੰ ਰੋਕ ਲਈਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੋ ਹੇੜਾ ਘੜੀਆਲ ਜਿਉਂ ਦੁਖੀ ਰਹਿਣ ਵਿਹਾਏ। ਸਾਰੀ ਰਾਤ ਇਹ ਫੁਰਨੇ ਜਿਹੜੇ ਮਨ ਦੇ ਪੱਧਰ ਨੂੰ ਅਸ਼ਾਂਤ ਰੱਖਦੇ ਨੇ। ਇਸ ਕਰਕੇ ਕਰਮ ਜਗਤ ਦਾ ਮਤਲਬ ਇਹ ਹੈ। ਹੁਣ ਇਹਦੇ ਸੰਬੰਧ ਵਿੱਚ ਅਧਿਆਤਮਿਕ ਪੁਰਸ਼ਾਂ ਨੇ ਇੱਕ ਸੂਤਰ ਦੱਸਿਆ ਹੋਇਆ ਕਿ ਫੁਰਨਿਆਂ ਨੂੰ ਨਿਰਧਾਰਤ ਕਰਦੀਆਂ ਹਨ ਸਾਡੀਆਂ ਇੰਦਰੀਆਂ। ਫੁਰਨਿਆਂ ਨੂੰ ਨਿਰਧਾਰਤ ਕਰਦੀਆਂ ਨੇ ਸਾਡੀਆਂ ਇੰਦਰੀਆਂ। ਇੰਦਰੀਆਂ ਦਾ ਮਤਲਬ ਕੁਦਰਤੀ ਹੈ। ਜੋ ਕੰਨਾਂ ਦੇ ਨਾਲ ਸੁਣਿਆ ਹੈ ਉਹਦਾ ਅਸਰ ਚਿੱਤ 'ਤੇ ਬਣੇਗਾ, ਅਤੇ ਚਿੱਤ ਦੇ ਵਿੱਚ ਜਦੋਂ ਕੋਈ ਚੀਜ਼ ਸਮਾ ਜਾਂਦੀ ਹੈ ਫਿਰ ਉਹ ਉਹਨਾਂ ਹੀ ਚੀਜ਼ਾਂ ਨੂੰ ਬਾਹਰ ਭੇਜਦੀ ਹੈ। ਕੁਦਰਤੀ ਹੈ। ਚਿੱਤ ਦੇ ਅੰਦਰ ਪਹਿਲਾਂ ਵਿਖਿਆ ਸ਼ਾਮਲ ਹੋ ਗਈ ਹੈ, ਤਾਂ ਉਹ ਖਿਆਲ ਪੈਦਾ ਕਰੇਗੀ ਕਿ ਬਾਹਰੋਂ ਗੰਦੇ ਗੀਤ ਕੰਨਾਂ ਵਿੱਚ ਪਾ, ਤਾਂ ਬੰਦਾ ਸੁਣੇਗਾ। ਹੁਣ ਕਈ ਬੰਦੇ ਆਪ ਜੀ ਨੇ ਦੇਖਣਾ ਜੀਵਨ 'ਚ ਦੂਸਰੇ ਦੀ ਨਿੰਦਿਆ ਸੁਣਨ ਦੇ ਵਿੱਚ ਬੜਾ ਰਸ ਲੈਣਗੇ। ਹੁਣ ਕੁਦਰਤੀ ਕਦੀ ਅਸੀਂ ਪਛਾਣਿਆ ਨਹੀਂ ਕਿਉਂ ਲੈਣਗੇ। ਚਾਹੇ ਉਹ ਰਾਜਨੇਤਾਵਾਂ ਦੀ ਨਿੰਦਿਆ ਕਰਨੀ ਹੋਵੇ, ਚਾਹੇ ਧਾਰਮਿਕ ਪੁਰਖਾਂ ਦੀ ਕਰਨੀ ਹੋਵੇ, ਚਾਹੇ ਆਮ ਸਮਾਜਿਕ ਲੋਕਾਂ ਦੀ, ਹਰ ਤਰ੍ਹਾਂ ਦੀ ਨਿੰਦਿਆ ਦੇ ਵਿੱਚ ਪੂਰੀ ਰੁਚੀ ਲੈਣਗੇ। ਕਾਰਨ ਕੀ ਹੈ? ਕਾਰਨ ਕੀ ਹੈ? ਚਿੱਤ ਦੇ ਵਿੱਚ ਗੁਣਾਂ ਦਾ ਜਿਹੜਾ ਸੰਤੋਖੀ ਭਾਵ ਹੈ ਉਹ ਖਤਮ ਹੋ ਚੁੱਕਾ ਹੈ। ਭਾਵ ਕਿ ਦੂਜੇ ਦੇ ਗੁਣ ਨੂੰ ਸੁਣ ਕੇ ਉਸ ਗੁਣ ਦੀ ਆਪਣੇ ਅੰਦਰ ਪ੍ਰੇਰਣਾ ਕਰਨੀ, ਜਾਂ ਉਸ ਗੁਣ ਦੇ ਪ੍ਰਤੀ ਪ੍ਰਸ਼ੰਸਾਵਾਨ ਹੋ ਜਾਣਾ, ਜਾਂ ਉਸ ਗੁਣ ਪ੍ਰਤੀ ਸਤਿਕਾਰਤ ਭਾਵ ਹੋ ਜਾਣੇ, ਇੰਜ ਦਾ ਹਿਰਦਾ ਹੈ ਨਹੀਂ। ਹਿਰਦੇ ਦੇ ਅੰਦਰ ਦਵੈਸ਼ ਹੋਣ ਕਰਕੇ ਦੂਜੇ ਦੇ ਔਗਣ ਇਹਨੂੰ ਰਾਹਤ ਪਹੁੰਚਾਉਂਦੇ ਨੇ, ਅਤੇ ਦੂਜਿਆਂ ਦੇ ਔਗਣ ਦੀ ਚਰਚਾ ਜੋ ਨਿੰਦਿਆ ਭਰਿਆ ਵਖਿਆਨ ਹੈ, ਇਹਦੇ ਨਾਲ ਇਹ ਆਪਣੇ ਕਿਸੇ ਸੂਖਮ ਰਸ ਦੀ ਪੂਰਤੀ ਕਰਦਾ। ਇਸ ਕਰਕੇ ਚਿੱਤ ਦੇ ਅੰਦਰ ਜੋ ਗਿਆ ਉਹੀ ਬਾਹਰ ਆਉਂਦਾ। ਹੁਣ ਕੁਦਰਤੀ ਹੈ, ਨਸ਼ੇ ਵਰਗਾ ਪਦਾਰਥ ਹੈ। ਆਖਦੇ ਹਨ ਕਿ ਕੁਝ ਦਿਨਾਂ ਬਾਅਦ ਨਸ਼ਾ ਸਰੀਰ ਦੇ ਕਿਸੇ ਹਿੱਸੇ ਵਿੱਚ ਆਪਣੀ ਥਾਂ ਬਣਾ ਲੈਂਦਾ। ਥਾਂ ਬਣਾਉਣ ਤੋਂ ਬਾਅਦ ਜਿਹੜੀ ਉੱਥੇ ਕੁਦਰਤੀ ਕਮਾਲ ਪਿਆ ਹੁੰਦਾ, ਜਾਂ ਜੋ ਮਾਲਕ ਨੇ ਤੰਦਰੁਸਤ ਸਰੀਰ ਦਾ ਹਿੱਸਾ ਬਣਾਇਆ ਹੁੰਦਾ, ਉਹਨੂੰ ਖਤਮ ਕਰਕੇ ਅਤੇ ਨਸ਼ਾ ਆਪਣੀ ਜ਼ਹਿਰ ਵਾਲੀ ਜਗ੍ਹਾ ਬਣਾ ਲੈਂਦਾ। ਫਿਰ ਉਹ ਜ਼ਹਿਰ ਜਦੋਂ ਅੰਦਰ ਆਪਣੀ ਜਗ੍ਹਾ ਬਣਾ ਲੈਂਦਾ, ਫਿਰ ਬਾਹਰੋਂ ਕੁਝ ਮੰਗ ਕਰਦਾ ਹੈ। ਇਸ ਕਰਕੇ ਜਿਹੜਾ ਅਸੀਂ ਸੁਣਦੇ ਹਾਂ, ਸਮਝਦੇ ਹਾਂ, ਦੇਖਦੇ ਹਾਂ, ਇਹਦੇ ਨਾਲ ਸਾਡੇ ਚਿੱਤ ਦੀ ਘਾੜਤ ਹੁੰਦੀ ਹੈ, ਅਤੇ ਉਹੀ ਚਿੱਤ ਬਾਹਰ ਦੇ ਵਿੱਚੋਂ ਮੰਗ ਕਰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਦੁਖੀ ਰਹਿਣ ਵਿਹਾਏ। ਤਾਂ ਕਰਕੇ ਮਨੁੱਖ ਨੂੰ ਹਰੇਕ ਫੁਰਨੇ ਦੇ ਤਲ 'ਤੇ ਸੁਚੇਤ ਹੋਣਾ ਪਏਗਾ ਕਿ ਉਹ ਆਪਣੇ ਜੀਵਨ ਨੂੰ ਕਿਹੜੇ ਅਰਥਾਂ ਵਿੱਚ ਸਮਝਣਾ ਚਾਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਇਸ ਦੋਹਾਂ ਸ਼ਲੋਕਾਂ ਦੁਆਰਾ ਬਖਸ਼ਿਸ਼ ਕਰਦੇ ਹਨ ਕਿ ਜੀਵਨ ਦੇ ਵਿੱਚ ਜੇ ਦੋਸ਼ਾਂ ਤੋਂ ਰਹਿਤ ਹੋਣਾ ਹੈ ਅਤੇ ਆਪਣੇ ਕਰਮ ਦੀ ਦੀਰਘ ਵਿਚਾਰ ਕਰ। ਕਹਿੰਦੇ ਇੱਕ ਬੜੀ ਸੁੰਦਰ ਘਟਨਾ ਆਪਦੇ ਸਨਮੁਖ ਅਰਜ਼ ਕਰਦਿਆਂ, 3-4 ਚੋਰ ਰਾਤ ਸਮੇਂ ਚੋਰੀ ਕਰਨ ਚਲੇ ਗਏ। ਰਾਤ ਸਮੇਂ ਚੋਰੀ ਕਰਨ ਚਲੇ ਗਏ, ਕੋਈ ਟਿਕਾਣਾ ਨਾ ਲੱਭਿਆ। ਜਦੋਂ ਤੱਕ ਟਿਕਾਣਾ ਲੱਭਿਆ ਲਗਭਗ 12-1 ਵਜ ਚੁੱਕਾ ਸੀ। ਚੋਰੀ ਕਰਨ ਲੱਗਾ, ਦੇਖਿਆ ਕਿ ਸਾਹਮਣੇ ਬੜਾ ਮਾਲ ਅਸਬਾਬ ਹੈ।
ਉਹਨਾਂ ਦੇ ਵਿੱਚੋਂ ਇੱਕ ਪੂਰੀ ਤਰ੍ਹਾਂ ਚੋਰ ਨਹੀਂ ਸੀ, ਬਾਕੀ 3-4 ਜਾਣੇ ਚੋਰ ਸੀ, ਇੱਕ ਅੱਧਾ ਮਾੜਾ ਮੋਟਾ ਜਿਹਾ ਚੋਰ ਸੀ। ਥੋੜ੍ਹੀ ਬਹੁਤੀ ਧਰਮ ਦੀ ਸੰਭਾਵਨਾ ਉਹਦੇ ਅੰਦਰ ਮੌਜੂਦ ਸੀ। ਸਾਹਮਣੇ ਉਹਨਾਂ ਨੂੰ ਬੜਾ ਪਦਾਰਥ ਦੇਖਣ ਨੂੰ ਮਿਲਿਆ, ਕੋਈ ਗਹਿਣੇ ਆਦਿਕ, ਮਾਇਆ ਪੈਸੇ ਆਦਿਕ। ਤਾਂ ਉਹ ਜਦੋਂ ਚੋਰੀ ਕਰਨ ਦੀ ਤਿਆਰੀ ਕਰਨ ਲੱਗੇ, ਕੋਈ ਚਾਦਰ ਲੱਭਣ ਲੱਗ ਪਏ। ਉਹ ਕਹਿਣ ਲੱਗਾ ਕਿ ਜਿਹੜਾ ਉਹਨਾਂ ਦੇ ਵਿੱਚ ਥੋੜ੍ਹੀ ਧਰਮੀ ਸੰਭਾਵਨਾ ਵਾਲਾ ਸੀ, ਕਹਿਣ ਲੱਗਾ ਕਿ ਸਾਨੂੰ ਨਾ ਚਾਦਰ ਬੜੀ ਮਜ਼ਬੂਤ ਲੱਭਣੀ ਚਾਹੀਦੀ ਔਰ ਬਹੁਤ ਵੱਡੀ ਲੱਭਣੀ ਚਾਹੀਦੀ। ਪਹਿਲਾਂ ਚੰਗੀ ਤਰ੍ਹਾਂ ਚਾਦਰ ਲੱਭੀ। ਕਾਫੀ ਸਮਾਂ ਲੱਭਦੇ ਰਹੇ। ਉਹ ਜਦੋਂ ਲੱਭ ਕੇ ਲਿਆ, ਕਹਿਣ ਲੱਗਾ ਨਹੀਂ, ਛੋਟੀ ਇਹਦੇ ਵਿੱਚ ਆਏਗਾ ਨਹੀਂ ਸਾਰਾ ਸਮਾਨ, ਕੋਈ ਬਹੁਤ ਵੱਡੀ ਲੱਭੀ ਹੈ। ਲੱਭਦਿਆਂ ਲੱਭਦਿਆਂ ਕਾਫੀ ਸਮਾਂ ਬਤੀਤ ਹੋ ਗਿਆ। ਫਿਰ ਬਾਅਦ ਦੇ ਵਿੱਚ ਜਦੋਂ ਤੱਕ ਉਹਨਾਂ ਵੱਡੀ ਚਾਦਰ ਲੱਭੀ ਤਾਂ ਕਹਿਣ ਲੱਗਾ, ਇੰਝ ਕਰੋ, ਸਾਨੂੰ ਪਹਿਲਾਂ 1-2 ਕਿਲੋਮੀਟਰ ਤੱਕ ਦੇਖ ਆਉਣਾ ਚਾਹੀਦਾ ਹੈ। ਕੋਈ ਰਸਤੇ ਵਿੱਚ ਕੋਈ ਕਿਤੇ ਖਲੋਤਾ ਤਾਂ ਨਹੀਂ, ਕਿਤੇ ਸਾਨੂੰ ਜਾਂਦਿਆਂ ਨੂੰ ਦੇਖ ਨਾ ਲਵੇ। ਉਹ ਬੜਾ ਇਤਰਾਜ਼ ਕਰਨ, ਪਰ ਕਹਿੰਦਾ ਨਹੀਂ, ਚੋਰੀ ਪੂਰੀ ਸਫਲਤਾ ਨਾਲ ਕਰਨੀ ਆਪਾਂ, ਕੋਈ ਕਾਣ ਛੱਡਣੀ ਨਹੀਂ। ਚਲੋ ਕੁਦਰਤੀ ਚਲੇ ਗਏ, ਬੜੀ ਦੂਰ ਤੱਕ ਦੇਖ ਕੇ ਹੋਰ ਸਮਾਂ ਬਤੀਤ ਹੋ ਗਿਆ। ਬਾਅਦ ਦੇ ਵਿੱਚ ਉਹ ਕਹਿਣ ਲੱਗਾ ਕਿ ਜਦੋਂ ਚੋਰੀ ਕਰਨ ਲੱਗੇ, ਕਹਿਣ ਲੱਗਾ ਕਿ ਕੁਦਰਤੀ ਹੈ ਕਿ ਇੱਥੇ ਕਿਸੇ ਕਿਸਮ ਦਾ ਖੜਾਕ ਨਾ ਹੋਵੇ, ਬੜੀ ਸਾਵਧਾਨੀ ਦੇ ਨਾਲ ਚੋਰੀ ਕਰਨੀ ਹੈ, ਕਿਉਂਕਿ ਸੁਣਿਆ ਕਿ ਇੱਥੇ ਜਿਹੜੇ ਹਨ ਕੁਝ ਇਸ ਤਰ੍ਹਾਂ ਦੇ ਜਾਨਵਰ ਵੀ ਰੱਖੇ ਜਿਹੜੇ ਥੋੜ੍ਹੇ ਖੜਾਕ ਤੋਂ ਬਾਅਦ ਰੌਲਾ ਪੈਦਾ ਕਰ ਦਿੰਦੇ ਨੇ। ਬੜੀ ਮਤਲਬ ਕਿੰਨੇ ਹੀ ਉਹਨੇ ਇਸ ਤਰ੍ਹਾਂ ਦੇ ਕਰਮ ਕੀਤੇ। ਦਿਨ ਚੜ੍ਹ ਗਿਆ, ਚੋਰੀ ਨਾ ਕਰ ਸਕੇ, ਉਂਝ ਹੀ ਮਾਲ ਸਬਾਬ ਛੱਡ ਕੇ ਭੱਜਣਾ ਪਿਆ। ਜਦੋਂ ਬੜੀ ਦੂਰ ਚਲੇ ਗਏ, ਉਹ 3-4 ਨੇ ਇਤਰਾਜ਼ ਕੀਤਾ ਕਿ ਤੇਰੀ ਮਾੜੀਆਂ ਸਲਾਹਾਂ ਕਰਕੇ ਅਸੀਂ ਚੋਰੀ ਨਹੀਂ ਕਰ ਸਕੇ, ਇਹ ਤੂੰ ਗਲਤ ਕੀਤਾ ਸਾਡੇ ਨਾਲ, ਸਾਨੂੰ ਵਿਅਰਥ ਅੱਜ ਚੋਰੀ ਦੇ ਕਰਮ ਤੋਂ ਸਫਲਤਾ ਹੱਥ ਲੱਗ ਜਾਣੀ ਸੀ ਅਤੇ ਤੂੰ ਸਾਨੂੰ ਕਰ ਨਹੀਂ ਦਿੱਤਾ। ਉਹਨੇ ਅੱਗੋਂ ਬੜਾ ਕਮਾਲ ਦਾ ਜਵਾਬ ਦਿੱਤਾ। ਕਹਿੰਦਾ ਕਿ ਹੈ ਤਾਂ ਮੈਂ ਵੀ ਤੁਹਾਡਾ ਸੰਗੀ ਸਾਂ, ਤੁਸੀਂ ਬਿਲਕੁਲ ਚੋਰ ਬਣ ਗਏ ਹੋ, ਅਜੇ ਮੇਰੇ ਚੋਰ ਬਣਨ ਦੇ ਵਿੱਚ ਕਮੀ ਸੀ। ਮੈਂ ਇੰਨੀ ਕਾਹਲੀ ਜਾਂ ਇੰਨਾ ਲੋਭ ਜਾਂ ਇੰਨਾ ਕਪਟ ਜਾਂ ਇੰਨੀ ਚਲਾਕੀ ਅਜੇ ਮੇਰੇ ਅੰਦਰ ਨਹੀਂ ਆਈ। ਮੇਰੇ ਅੰਦਰ ਬਚੀ ਹੋਈ ਥੋੜ੍ਹੀ ਜਿਹੜੀ ਚੋਰ ਤੋਂ ਮੁਕਤ ਹੋਣ ਦੀ ਸੰਭਾਵਨਾ ਸੀ, ਮੈਂ ਤਾਂ ਉਹਨੂੰ ਪੂਰਾ ਕਰ ਰਿਹਾ ਸੀ। ਕੁਦਰਤੀ ਉਹਨਾਂ ਦੇ ਨਾਲ ਤੁਹਾਡੇ 'ਤੇ ਵੀ ਉਹਦਾ ਪ੍ਰਭਾਵ ਬਣ ਗਿਆ, ਤੁਸੀਂ ਵੀ ਚੋਰੀ ਦੇ ਪ੍ਰਭਾਵ ਤੋਂ, ਮੈਲ ਤੋਂ ਮੁਕਤ ਹੋ ਗਏ। ਇਹ ਤਾਂ ਸਾਡੇ ਮਨ ਦਾ ਫੁਰਨ ਹੈ। ਕਈ ਵਾਰੀ ਜ਼ਿੰਦਗੀ 'ਚ ਇੱਕ ਧਰਮ ਦਾ ਅਰਥ ਆਇਆ ਫੁਰਨਾ ਵੀ ਬੰਦੇ ਨੂੰ ਬਚਾ ਲੈਂਦਾ। ਕੁਦਰਤੀ ਇੱਕ ਦਫਾ ਆਇਆ ਹੋਇਆ ਫੁਰਨਾ ਵੀ ਬਚਾ ਲੈਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਦੁਖੀ ਰਹਿਣ ਵਿਹਾਏ, ਕਰਮ ਦੇ ਤਲ 'ਤੇ ਸੁਜੱਗ ਹੋਣਾ। ਹੁਣ ਫੁਰਨਿਆਂ ਦਾ ਸਭ ਤੋਂ ਠੀਕ ਪੱਖ ਵਾਚਣਾ ਹੋਵੇ ਤਾਂ ਸਾਡੇ ਕੋਲ ਅੰਮ੍ਰਿਤ ਵੇਲਾ। ਇਹ ਹਰੇਕ ਬੰਦੇ ਨਾਲ ਹੀ ਵਾਪਰਦਾ, ਜਿਨ੍ਹਾਂ ਦੀ ਸਾਧਨਾ ਬਣ ਗਈ ਉਹਨਾਂ ਦਾ ਸ਼ਾਇਦ ਨਾ ਵਾਪਰਦਾ ਹੋਵੇ। ਕੁਦਰਤੀ ਹੈ, ਹਰੇਕ ਸਿੱਖ ਨੂੰ ਪਤਾ ਹੈ ਕਿ 3 ਤੋਂ ਲੈ ਕੇ 4 ਵਜੇ ਦੇ ਵਿੱਚ ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣੀ ਬੰਦਗੀ ਸਾਧਨਾ ਵੱਲ ਜੁੜ ਜਾਣਾ ਚਾਹੀਦਾ। ਕੁਦਰਤੀ ਹੈ, ਆਪਣੀ ਨੀਂਦ ਦੀ ਅਵਸਥਾ ਕਰਕੇ, ਆਰਾਮ ਦੀ ਅਵਸਥਾ ਕਰਕੇ ਹਰੇਕ ਬੰਦੇ ਨੂੰ ਜਾਂ ਅਲਾਰਮ ਦੇ ਸਾਧਨ ਦੇ ਨਾਲ ਯਕੀਨਨ 3 ਤੋਂ 4 ਦੇ ਵਿੱਚ ਜਾਗਦਾ ਹੋਏਗਾ। ਜਾਗਣ ਤੋਂ ਬਾਅਦ ਜਾਗਦੇ ਜਦੋਂ ਜਾਗਿਆ ਪਹਿਲੀ ਦਫਾ, ਫੁਰਨਾ ਆਇਆ ਖਿਆਲ 'ਚ, ਜਿਹੜੀ ਗਿਆਨ ਦੇ ਨਾਲ ਸਾਦੀ ਹੋਈ ਬੁੱਧ ਹੈ, ਭਗਤੀ ਦੇ ਬਣੇ ਹੋਏ ਸੰਸਕਾਰ ਨੇ, ਉਹਨਾਂ ਨੇ ਕਿਹਾ ਜਲਦੀ ਕਰ, ਇਸ਼ਨਾਨ ਕਰ, ਆਪਣੀ ਇਬਾਦਤ ਵਿੱਚ ਜੁੜ ਜਾ। ਉਸ ਤੋਂ ਤੁਰੰਤ ਬਾਅਦ ਕੋਈ 2-3 ਸੈਕਿੰਡ ਬਾਅਦ ਹੀ ਆਉਂਦਾ ਹੈ ਕਿ ਅਜੇ 3:15 ਹੋਏ ਨੇ, ਅੱਧਾ ਘੰਟਾ, ਮਤਲਬ ਇਸ਼ਨਾਨ ਮੈਂ 10 ਮਿੰਟਾਂ 'ਚ ਕਰ ਲੈਣਾ ਅਤੇ ਅੱਧਾ ਘੰਟਾ ਹੋਰ ਨੀਂਦ ਦਾ ਸੁੱਖ ਲਿਆ ਜਾਵੇ। ਬਸ ਉਹ ਅੱਧਾ ਘੰਟਾ ਨੀਂਦ ਦਾ ਸੁੱਖ ਮੁੜ ਕੇ ਉਦੋਂ ਪਤਾ ਲੱਗਦਾ ਹੈ ਜਦੋਂ ਬਿਸਤਰੇ 'ਤੇ ਸੂਰਜ ਦੀਆਂ ਕਿਰਨਾਂ ਦੀ ਰੌਸ਼ਨੀ ਜਾਂ ਤਪਸ਼ ਆਉਣੀ ਸ਼ੁਰੂ ਹੋ ਜਾਂਦੀ। ਇੱਕ ਫੁਰਨਾ, ਬਸ ਪਹਿਲੇ ਫੁਰਨੇ ਨੂੰ ਪੂਰੀ ਤਰ੍ਹਾਂ ਕਰਮ ਨਹੀਂ ਬਣ ਦਿੱਤਾ, ਦੂਜੇ ਨੇ ਤਾਂ ਫਿਰ ਆਪਣਾ ਪ੍ਰਭਾਵ ਪਾਉਣਾ ਹੀ ਪਾਉਣਾ ਸੀ। ਬੜੇ ਬੰਦੇ ਐਸੇ ਹਨ ਜਿਨ੍ਹਾਂ ਦੇ ਅੰਮ੍ਰਿਤ ਵੇਲਾ ਇਸੇ ਫੁਰਨੇ ਦੀ ਹਲਜੁਲ ਕਰਕੇ ਖੁੰਝ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਰਮ ਦੇ ਤਲ 'ਤੇ ਸਜੱਗ ਹੋਣਾ ਚਾਹੀਦਾ ਹੈ। ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ। ਬਾਬਾ ਫਰੀਦ ਸਾਹਿਬ ਜੀ ਦੇ ਪਾਸ ਕੋਈ ਬਜ਼ੁਰਗ ਆਇਆ ਅਤੇ ਬਜ਼ੁਰਗ ਨੂੰ ਆ ਕੇ ਕਹਿਣ ਲੱਗਾ, ਮੇਰੇ ਲਈ ਦੁਆ ਕਰੋ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਕਿਸ ਤਰ੍ਹਾਂ ਦੀ ਦੁਆ ਕਰਾਂ ਤੇਰੇ ਲਈ? ਕਹਿਣ ਲੱਗਾ ਕਿ ਮੇਰੀ ਆਜੂ ਜਿਹੜੀ ਹੈ ਹੁਣ 90 ਵਰ੍ਹੇ ਹੈ, 100 ਵਰ੍ਹਿਆਂ ਤੋਂ ਪਾਰ ਹੋ ਜਾਵੇ, ਮੈਂ 100 ਵਰ੍ਹੇ ਇਸ ਜਗਤ ਨੂੰ ਦੇਖਣਾ ਚਾਹੁੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਜਦੋਂ ਉਸ ਬਜ਼ੁਰਗ ਦੀ ਜਾਂ ਉਸ ਸ਼ਖਸ ਦੀ ਗੱਲ ਸੁਣੀ ਤਾਂ ਉਹਨਾਂ ਨੇ ਇੱਕ ਮਿੱਟੀ ਦੀ ਮੁੱਠ ਭਰੀ ਅਤੇ ਉਹਦੇ ਸਾਹਮਣੇ ਕਰ ਦਿੱਤੀ। ਕਹਿਣ ਲੱਗਾ ਕਿ ਇਹ ਕੀ ਕਰ ਰਹੇ ਹੋ? ਕਹਿਣ ਲੱਗੇ, ਤੈਨੂੰ ਤੇਰਾ ਅਸਲੀ ਰੂਪ ਦਿਖਾ ਰਹੇ ਹਾਂ। ਕਹਿਣ ਲੱਗਾ, ਮੇਰਾ ਅਸਲੀ ਰੂਪ ਇਹ ਨਹੀਂ ਹੈ, ਮੈਂ ਜਿੰਦਾ ਜਾਤ ਦਾ ਮਨੁੱਖ ਤੁਹਾਡੇ ਸਾਹਮਣੇ ਹਾਂ।
ਨਹੀਂ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਹੀਂ, ਤੇਰਾ ਅਸਲ ਇਹ ਹੈ, ਇਹ ਠੀਕ ਹੈ ਕਿ ਤੂੰ ਹੁਣ ਮਨੁੱਖ ਹੈ, 100 ਵਰ੍ਹਿਆਂ ਦੀ ਆਜੂ ਦੀ ਚਾਹਤ ਰੱਖਦਾ, ਪਰ ਤੈਨੂੰ ਪਤਾ ਜਿਹੜੀ ਚਾਹਤ ਹੈ ਜੇ ਉਹ ਤੇਰੀ 100 ਵਰ੍ਹਿਆਂ ਦੀ ਪੂਰੀ ਵੀ ਹੋ ਜਾਏ ਤਾਂ ਤੇਰਾ ਅਸਲ ਵਜੂਦ ਖੇ ਹੀ ਹੋਣਾ ਹੈ। ਇਹ ਨਹੀਂ ਕਿ 100 ਵਰ੍ਹਿਆਂ ਦੀ ਆਜੂ ਪੂਰੀ ਕਰਨ ਤੋਂ ਬਾਅਦ ਤੂੰ ਕੋਈ ਫੁੱਲ ਬਣ ਜਾਏਗਾ, ਕੋਈ ਸੋਨਾ ਬਣ ਜਾਏਗਾ, ਕੋਈ ਹੀਰਾ ਬਣ ਜਾਏਗਾ। ਦੇਹ ਦਾ ਵਜੂਦ ਅੰਤ ਖਾਕ ਹੈ। ਇਸ ਕਰਕੇ ਜੇ 100 ਵਰ੍ਹਿਆਂ ਜੀਵਨ ਆ, ਜਿਹੜੀ 100 ਵਰ੍ਹੇ ਜੀਵਨ ਦੀ ਲਾਲਸਾ ਪਾਲੀ ਹੋਈ ਹੈ, ਠੀਕ ਹੈ, ਹੋ ਸਕਦਾ ਮੇਰੀ ਦੁਆ ਦੇ ਨਾਲ ਪੂਰੀ ਹੋ ਜਾਏ, ਜਾਂ ਕੁਦਰਤ ਨੂੰ ਤੈਨੂੰ ਖੁਦਾ ਅੱਲਾਹ ਤਾਲਾ 100 ਵਰ੍ਹਿਆਂ ਦੀ ਆਜੂ ਦੇ ਵੀ ਦੇਵੇ, ਕਿਉਂਕਿ ਪ੍ਰਾਣ ਤਾਂ ਉਹਨੇ ਦੇਣੇ ਨੇ। ਪਰ ਇੰਨਾ ਯਾਦ ਰੱਖ ਕੇ ਉਹਦੀ ਦਿੱਤੀ ਹੋਈ ਪ੍ਰਾਣਾਂ ਦੇ ਸਰੀਰ ਦਾ ਵੀ ਜਿਹੜਾ ਵਜੂਦ ਹੈ ਅੰਤ ਖਾਕ ਹੀ। ਇਸ ਕਰਕੇ ਇਸ ਸ਼ਲੋਕ ਦੁਆਰਾ ਆਖਦੇ ਹਨ ਕਿ ਜੀਵਨ ਦੀ ਲੰਬੀ ਉਮਰ ਦੀ ਲਾਲਸਾ ਨਹੀਂ ਪਾਲਣੀ ਚਾਹੀਦੀ। ਹੁਣ ਕੁਦਰਤੀ ਹੈ, ਇਸ ਕਰਕੇ ਦੁਨੀਆ ਦਾ ਇੱਕ ਬੜਾ ਵੱਡਾ ਵਿਦਵਾਨ ਹੋਇਆ, ਉਹਨੇ ਕਿਹਾ ਕਿ ਉਹਨੇ ਉਹਦੇ ਵਿੱਚ ਇੱਕ ਆਪਣੀ ਪੁਸਤਕ ਦੇ ਵਿੱਚ ਖਿਆਲ ਲਿਖੇ ਨੇ ਕਿ ਜਿਹੜਾ ਜੀਵਨ ਧਰਤੀ ਦੇ ਲਈ ਬੋਝਲ ਬਣ ਗਿਆ, ਜਿਹੜਾ ਜੀਵਨ ਧਰਤੀ ਦੇ ਲਈ ਨਵੇਂ ਅਰਥ ਨਹੀਂ ਪੈਦਾ ਕਰ ਰਿਹਾ, ਤਾਂ ਉਹ ਧਰਤੀ 'ਤੇ ਕਹਿੰਦੇ ਰਹਿਣ ਦੇ ਯੋਗ ਨਹੀਂ ਹੋਣਾ ਚਾਹੀਦਾ। ਹੁਣ ਕੁਦਰਤੀ ਹੈ ਕਿ ਪ੍ਰਕਿਰਤੀ ਦੇ ਵਿੱਚ ਦੇਖ ਲਓ, ਕੋਈ ਚੀਜ਼ ਨਕਾਰਾ ਹੋ ਜਾਵੇ ਤਾਂ ਉਹ ਆਪਣਾ ਸਥਾਨ ਛੱਡ ਜਾਂਦੀ ਹੈ ਉੱਥੋਂ। ਕੁਦਰਤੀ ਹੈ, ਪੱਤੇ ਦੀ ਜਿਹੜੀ ਆਜੂ ਖਤਮ ਹੋ ਗਈ ਹੈ, ਫਲ ਦੀ ਆਜੂ ਖਤਮ ਹੋ ਗਈ ਹੈ, ਉਹ ਟਾਹਣੀ ਦੇ ਉੱਪਰ ਆਪਣਾ ਕਬਜ਼ਾ ਨਹੀਂ ਰੱਖਦਾ। ਉਹ ਥੋੜ੍ਹਾ ਜਿਹਾ ਜਰਦ ਹੋ ਕੇ, ਜਿੱਦਣ ਜਰਦ ਹੁੰਦਾ ਹੈ ਉਸ ਤੋਂ ਬਾਅਦ ਉਹ ਟੁੱਟਣ ਨੂੰ ਹੀ ਆਪਣਾ ਅਸਰ ਸਮਝਦਾ। ਮਨੁੱਖ ਦੇ ਜੀਵਨ 'ਚ ਕੋਈ ਤਾਣ ਨਹੀਂ ਬਚਦਾ ਦੇਖਣ ਦਾ, ਸੁਣਨ ਦਾ, ਬੋਲਣ ਦਾ, ਪਰ ਤਾਂ ਵੀ ਰਾਜ ਸੱਤਾ ਦੀ ਕੁਰਸੀ ਦੇ ਨਾਲ ਪਕੜ ਬਣਾਈ ਹੋਈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਇੱਕ ਹੋਰ ਵੀ ਗੱਲ ਹੈ ਇਹਦੇ ਵਿੱਚ ਮਨੋਵਿਗਿਆਨਕ ਨੁਕਤਾ ਇਹ ਹੈ, ਜਵਾਨ ਹੁੰਦਿਆਂ ਨਾ ਜੀਵਨ ਦੀ ਪਕੜ ਇੰਨੀ ਨਹੀਂ ਹੁੰਦੀ। ਜਵਾਨ ਅਕਸਰ ਹੀ ਗੱਲਾਂ ਕਰਦੇ ਨੇ, ਅੱਜ ਭੋਗ ਪੈ ਜੇ ਕੋਈ ਗੱਲ ਨਹੀਂ। ਬਜ਼ੁਰਗ ਨੂੰ ਥੋੜ੍ਹਾ ਜੀਵਨ ਦੀ ਪਕੜ ਜ਼ਿਆਦਾ ਹੋ ਜਾਂਦੀ ਹੈ, ਉਹਦੀ ਕਾਇਆ ਦੇ ਨਾਲ ਮੋਹ ਥੋੜ੍ਹਾ ਜ਼ਿਆਦਾ ਤੀਬਰ ਹੋ ਜਾਂਦਾ ਜਿਉਂ-ਜਿਉਂ ਜੀਵਨ ਅਸਤਨ ਵੱਲ ਜਾਂਦਾ ਹੈ। ਇਸ ਮਨੋਵਿਗਿਆਨ ਕਾਰਨ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਿ ਉਮਰ ਦੀ ਲਾਲਸਾ ਅਕਸਰ ਬੁਢਾਪੇ ਵਿੱਚ ਜਾਗਦੀ ਹੈ। ਨੌਜਵਾਨੀ ਤਲ 'ਤੇ ਜੋਸ਼ ਜਾਂ ਇੰਨਾ ਬੇਹੋਸ਼ੀ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ। ਬਚਪਨ ਦੇ ਵਿੱਚ ਤਾਂ ਇੰਨੀ ਚੇਤਨਾ ਵਿਕਸਿਤ ਨਹੀਂ ਹੁੰਦੀ, ਅਤੇ ਬੁਢਾਪੇ ਦੇ ਵਿੱਚ ਜਾ ਕੇ ਜਦੋਂ ਕਾਇਆ ਦਾ ਬਲ ਢਲ ਜਾਂਦਾ ਹੈ, ਉਦੋਂ ਬੰਦੇ ਦੇ ਅੰਦਰ ਇੱਕ ਮਾਨਸਿਕ ਕਿਸਮ ਦੀ ਲਾਲਸਾ ਜਾਗਦੀ ਹੈ, ਕਿਉਂਕਿ ਹੋਰ ਕੋਈ ਲਾਲਸਾ ਕਰ ਨਹੀਂ ਸਕਦਾ। ਨੇਤਰਾਂ ਦਾ ਬਲ ਮੱਧਮ ਪੈ ਗਿਆ, ਦ੍ਰਿਸ਼ ਦੇਖ ਨਹੀਂ ਸਕਦਾ। ਸੁਣਨ ਦਾ ਬਲ ਜਿਹੜਾ ਮੰਦ ਪੈ ਗਿਆ ਹੈ, ਕੋਈ ਗੱਲ ਸੁਣ ਸਮਝ ਨਹੀਂ ਸਕਦਾ। ਚੱਲਣ ਦਾ ਬਲ ਮੰਦ ਪੈ ਗਿਆ, ਕੋਈ 2 ਕਦਮ ਚੱਲ ਕੇ ਨਹੀਂ ਜਾ ਸਕਦਾ। ਪਾਚਨ ਕਿਰਿਆ ਹੁਣ ਬਿਲਕੁਲ ਅਸਤ ਵਿਅਸਤ ਹੋ ਗਈ ਹੈ, ਲਿਕਵਿਡ ਤੋਂ ਇਲਾਵਾ ਕੁਝ ਪਚਦਾ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਕੀ ਹੁੰਦਾ, ਫਿਰ ਕਾਇਆ ਦੇ ਨਾਲ ਬਣਿਆ ਹੋਇਆ ਮੋਹ ਕਹਿੰਦਾ ਹੈ ਚਲੋ ਜੇ ਕੁਝ ਨਹੀਂ ਜੀਵਨ ਦਾ ਮਾਨਣ ਨੂੰ ਮਿਲ ਰਿਹਾ ਤਾਂ ਇੱਕ ਘੱਟੋ ਘੱਟ ਦੇਹ ਤਾਂ ਬਣੀ ਰਹੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਉਹ ਵੇਖੋ ਕਿਆ ਸ਼ਲੋਕ ਦੂਜੇ ਨੇ ਉਹਨਾਂ ਨੂੰ, ਤਾਂ ਉਹਨਾਂ ਨੇ ਆਪਣੇ 'ਤੇ ਉਸ ਸ਼ਲੋਕ ਨੂੰ ਟੁਕਾ ਕੇ ਕਿਹਾ, ਬੁੱਢਾ ਹੋਆ ਸ਼ੇਖ ਫਰੀਦ। ਕਹਿੰਦੇ ਹੁਣ ਤਾਂ ਜਿਹੜੇ ਦੇਹ ਦਾ ਕੰਬਣ ਹੈ, ਇਹ ਦੇਹ ਦਾ ਕੰਬਣ ਕੋਈ ਆਮ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤੇ ਹੀਨ, ਕਹੋ ਨਾਨਕ ਇਹ ਬਿਧ ਪਈ ਤਊ ਨਾ ਹਰ ਰਸ ਲੀਨ। ਸਿਰ ਕੰਬ ਰਿਹਾ, ਨੇਤਰਾਂ 'ਚ ਰੌਸ਼ਨੀ ਨਹੀਂ ਹੈ, ਹੱਥ ਵੀ ਕੰਬ ਰਹੇ ਨੇ, ਅਜੇ ਵੀ ਜੀਵਨ ਦੀ ਲਾਲਸਾ ਪਾਲ ਰਿਹਾ। ਇਹਨੂੰ ਤਾਂ ਠੀਕ ਕਿਵੇਂ ਕਿਹਾ ਜਾਏਗਾ ਕਿ ਛਾਨਣੀ ਦੇ ਵਿੱਚ ਸਾਗਰ ਭਰਨ ਦੀ ਗੱਲ ਕਰ ਰਿਹਾ, ਮੁੱਠ ਦੇ ਵਿੱਚ ਰੇਤ ਪਕੜਨ ਦੀ ਗੱਲ ਕਰ ਰਿਹਾ ਹੈ। ਹੁਣ ਛਾਨਣੀ ਕਦੇ ਸਾਗਰ ਨਾਲ ਨਹੀਂ ਭਰ ਸਕਦੀ, ਕਿਉਂਕਿ ਉਹਦੇ 'ਚ ਛੇਕ ਨੇ। ਜਿਹੜਾ ਕਾਲ ਰੂਪ ਸਰੀਰ ਬਣਿਆ ਹੋਇਆ, ਇਹਦੇ ਵਿੱਚ ਪ੍ਰਾਣਾਂ ਦੀ ਆਜੂ ਭਾਵੇਂ 1000 ਵਰ੍ਹੇ ਦੀ ਪਾ ਦਿਓ, ਰਾਖ ਤਾਂ ਹੋਏਗਾ ਹੀ ਹੋਏਗਾ। ਇਹਦੇ 'ਚੋਂ ਗੁਜ਼ਰ ਜਾਏਗਾ ਪ੍ਰਾਣ। ਦੀਵੇ ਦੇ ਵਿੱਚ ਭਾਵੇਂ ਕਿਲੋ ਤੇਲ ਦਾ ਦੀਵਾ ਜਗਾ ਦਿਓ ਪਾ ਕੇ ਵੱਡਾ ਸਾਰਾ, ਕੁਦਰਤੀ ਸੁੱਕੇਗਾ ਹੀ ਸੁੱਕੇਗਾ, ਮੁੱਕੇਗਾ ਹੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਕੰਬਣ ਲੱਗੀ ਦੇ। ਕਹਿੰਦੇ ਜਿਹੜਾ ਕੰਬਣੀ ਪੈਦਾ ਹੋ ਰਹੀ ਹੈ ਦੇਹ 'ਚ, ਇਹ ਤੈਨੂੰ ਜੀਵਨ ਦੇ ਮੁੱਕਦੇ ਹੋਏ ਸਫ਼ਰ ਦੀ ਸੂਚਨਾ ਦੇ ਰਹੀ ਹੈ। ਪਰ ਮਨੁੱਖ ਤੇਰਾ ਕਿੰਨਾ ਅਧੂਰਾਪਣ ਹੈ, ਤੂੰ ਅਜੇ ਵੀ ਨਾਸ਼ਵਾਨ ਜੀਵਨ ਦੀ ਲਾਲਸਾ ਪਾਲ ਰਿਹਾ ਹੈ। ਅੱਜ ਦਾ ਪਾਵਨ ਮੁਖਵਾਕ ਦੇਖੋ, ਉਹਦੇ ਵਿੱਚ ਜ਼ਿਕਰ ਹੈ, ਉਹ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਬਿਨ ਹਰ ਕਾਮ ਨ ਆਵਤ ਹੈ, ਜਾਂ ਸਿਓ ਰਾਚ ਮਾਚ ਤੁਮ ਲਾਗੇ, ਉਹ ਮੋਨੀ
ਮੁਹਾਵਤ ਹੈ। ਹੁਣ ਕੁਦਰਤੀ ਹੈ, ਜੇ ਜੀਵਨ ਦੀ ਵੱਡੀ ਆਰਜੂ ਮੰਗ ਵੀ ਲਈ ਪਰ ਬੰਦਗੀ ਦਾ ਕੋਈ ਕਰਮ ਨਾ ਕਰ ਸਕੇ ਤਾਂ ਫਿਰ ਜੀਵਨ ਦਾ ਅਰਥ ਕੀ ਹੈ। ਹੁਣ ਕੁਦਰਤੀ ਹੈ, ਬੰਦਾ ਬਜ਼ੁਰਗ ਹੋ ਜਾਂਦਾ ਹੈ, ਨਾ ਵਿਚਾਰਾ ਆਪਣੇ ਕੰਮ ਦਾ ਨਾ ਪਰਿਵਾਰ ਦੇ ਕੰਮ ਦਾ। ਜਦੋਂ ਕਿਸੇ ਕੰਮ ਦਾ ਹੀ ਨਹੀਂ ਰਿਹਾ ਤਾਂ ਉਦੋਂ ਇਹਦੀ ਵੈਲਿਡਿਟੀ ਵਧਾ ਕੇ, ਵੈਧਤਾ ਵਧਾ ਕੇ ਕੀ ਕਰੇਗਾ। ਬਸ ਇਹੀ ਹੈ ਕਿ ਥੋੜ੍ਹਾ ਜਿਹਾ ਉਹ ਇਸ ਕਰਕੇ ਸਿਆਣੇ ਜਿਹੜਾ ਮੌਤ ਦੇ ਸੰਬੰਧ ਵਿੱਚ ਕਠੋਪਨਿਸ਼ਦ ਨੇ ਇੱਕ ਗੱਲ ਕਹੀ ਹੈ ਕਿ ਅੰਤਮ ਸਮੇਂ ਜਿਹੜੀ ਮੌਤ ਦੀ ਪੀੜ ਹੈ ਉਹ ਇਸ ਕਰਕੇ ਹੁੰਦੀ ਹੈ ਕਿ ਬਾਕੀ ਸਭ ਤਰ੍ਹਾਂ ਦੇ ਬੰਧਨ ਟੁੱਟ ਜਾਂਦੇ ਨੇ ਲਗਭਗ। ਪਤਾ ਹੈ ਕਿ ਹੁਣ ਰੋਗ ਬਣ ਗਿਆ, ਪਤਨੀ ਨਹੀਂ ਨੇੜੇ ਆ ਸਕੇਗੀ, ਡਾਕਟਰ ਹੀ ਆ ਸਕਦਾ ਹੈ। ਪਤਾ ਹੈ ਪਦਾਰਥ ਜਿਹੜਾ ਮੇਰਾ ਬਣਾਇਆ ਹੋਇਆ ਬੈਂਕ ਦੀ ਸੰਪੱਤੀ ਉਹ ਮੇਰੇ ਨੇੜੇ ਨਹੀਂ ਆ ਸਕਦੀ। ਕੁਦਰਤੀ ਬੰਦਾ ਫਿਰ ਥੋੜ੍ਹਾ ਬਹੁਤਾ ਮਨ ਨਾਲ ਸਮਝੌਤਾ ਕਰ ਲੈਂਦਾ ਕਿ ਇਹਨਾਂ ਨਾਲੋਂ ਤਾਂ ਆਪਣਾ ਸਾਥ ਟੁੱਟ ਗਿਆ। ਫਿਰ ਬਚਦੀ ਹੈ ਇਕੱਲੀ ਕਾਇਆ ਬੰਦੇ ਕੋਲ, ਅਤੇ ਕਾਇਆ ਵਿੱਚ ਇਤਨਾ ਜੀਵਨ, ਆਪਣਾ ਸਾਰਾ ਜੀਵਨ ਕਾਇਆ ਦੇ ਤਲ 'ਤੇ ਹੰਡਾਇਆ ਹੁੰਦਾ ਹੈ, ਉਹਦਾ ਮੋਹ ਨਹੀਂ ਟੁੱਟਦਾ। ਇਸ ਕਰਕੇ ਤਾਂ ਆਉਂਦਾ ਹੱਥ ਮਰੋੜੇ ਤਨ ਕੱਪੇ। ਜਿਹੜਾ ਜੀਵਨ ਦਾ ਹਰੇਕ ਭਾਵ ਕਿ ਇਹਨਾਂ ਪੈਰਾਂ ਦੇ ਨਾਲ ਵੀ ਜ਼ਿੰਦਗੀ ਮਾਣੀ ਹੈ, ਬੜੀਆਂ ਥਾਵਾਂ ਗਾਈਆਂ ਨੇ, ਅਵਾਰਾਗਰਦੀ ਕੀਤੀ ਹੈ, ਹੱਥਾਂ ਦੇ ਨਾਲ ਵੀ ਬੜੇ ਪਾਪ ਕੀਤੇ ਨੇ, ਚੰਗੇ ਮੰਦੇ ਕਰਮ ਕੀਤੇ ਨੇ, ਨੇਤਰਾਂ ਨਾਲ ਦੇਖਿਆ ਹੈ। ਫਿਰ ਸਾਰੀ ਕਾਇਆ ਜਿਹੜੀ ਹੈ, ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਉਹ ਇਸ ਬੰਧਨ ਦੇ ਨਾਲ ਜੁੜੀ ਹੁੰਦੀ ਹੈ। ਇਸ ਕਰਕੇ ਜੇ 100 ਵਰਿਆ ਜੀਵਨ, ਔਰ ਇਹ ਗੱਲ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਕਹੀ, ਅੱਜ ਵੀ ਤੁਹਾਨੂੰ ਬੜੇ ਲੋਕ ਮਿਲ ਜਾਣਗੇ ਜੀਵਨ ਦੀ ਲਾਲਸਾ ਪਾਲਣ ਵਾਲੇ। ਕੋਈ ਵੀ ਜੀਵਨ ਦੇ ਅੰਤ ਨਾਲ ਸਹਿਮਤ ਨਹੀਂ, ਕੋਈ ਵੀ। ਇਹ ਠੀਕ ਹੈ, ਅਸੀਂ ਜਚਾਉਣ ਦੇ ਲਈ ਕਹਿ ਦਿੰਦੇ ਹਾਂ ਜੀ ਮੈਨੂੰ ਮੌਤ ਤੋਂ ਕੋਈ ਡਰ ਨਹੀਂ, ਪਰ ਅੰਤਰੀਵ ਦੇ ਵਿੱਚ ਜੇ ਸਾਡੀ ਕਾਇਆ ਦਾ ਬੰਧਨ ਟੁੱਟਿਆ ਹੋਇਆ, ਫਿਰ ਸਾਨੂੰ ਇਹ ਵਾਕ ਕਹਿਣ ਦੇ ਠੀਕ ਅਰਥ ਪਤਾ ਹੋਣਗੇ। ਤਾਂ ਕਰਕੇ ਬਾਣੀ ਵਿੱਚ ਆਉਂਦਾ ਨਾ ਕਿ ਗੁਰ ਕੈ ਸ਼ਬਦ ਹੈ ਜੇ ਮਰੈ ਤਾਂ ਸਦ ਜੀਵਨ ਹੋਏ, ਨਾ ਸਹਿਲਾ ਮਰਨਾ ਉਦੋਂ ਹੁੰਦਾ ਹੈ ਜਦੋਂ ਬਾਣੀ ਵਿੱਚ ਬਾਤ ਹੁੰਦਾ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਠੀਕ ਹੈ, ਉਹ ਦੋ ਤਰ੍ਹਾਂ ਦੇ ਬੰਦੇ ਕਹਿੰਦੇ ਹਨ। ਇੱਕ ਕਹਿੰਦਾ ਮੈਨੂੰ ਮੌਤ ਦਾ ਡਰ ਨਹੀਂ ਹੈ, ਇੱਕ ਆਮ ਬੰਦਾ ਕਹਿੰਦਾ ਹੈ, ਇੱਕ ਸੰਤ ਕਹਿੰਦਾ। ਸੰਤ ਦੇ ਵਿੱਚ ਕੀ ਹੈ, ਸੰਤ ਨੂੰ ਪਤਾ ਹੈ ਮੈਂ ਪੂਰੀ ਤਰ੍ਹਾਂ ਛੁੱਟਾਂਗਾ। ਸੰਤ ਨੂੰ ਪਤਾ ਹੈ ਕਿ ਜੇ ਸਰੀਰ ਨੇ ਖਤਮ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਮੈਂ ਆਪਣੇ ਮਨ ਦੀ ਵਾਸਨਾ ਵੀ ਖਤਮ ਕਰ ਲਈ। ਜੇ ਮੇਰੇ ਸਰੀਰ ਨੇ ਰਾਖ ਹੋਣਾ ਉਸ ਤੋਂ ਪਹਿਲਾਂ ਮੈਂ ਇਛਾਵਾਂ ਨੂੰ ਵੀ ਸਾੜ ਕੇ ਸੁਆਹ ਕਰ ਲਿਆ। ਸੰਤ ਕੋਲੋਂ ਇੱਕ ਅਵਸਥਾ ਦਾ ਅਨੁਭਵ ਹੈ, ਤਾਂ ਕਰਕੇ ਉਹ ਕਹਿ ਰਿਹਾ ਹੈ। ਪਰ ਸੰਸਾਰੀ ਕੇਵਲ ਉਂਝ ਹੀ ਕਹਿ ਰਿਹਾ, ਥੋੜ੍ਹਾ ਜਿਹਾ ਆਪਣੇ ਆਪ ਨੂੰ ਬਹਾਦਰ ਸਾਬਤ ਕਰਨ ਦੇ ਲਈ ਕਿ ਦੁਨੀਆ ਪ੍ਰਭਾਵ ਮੰਨੇ ਕਿ ਮੈਂ ਮੌਤ ਤੋਂ ਡਰ ਨਹੀਂ ਮੰਨਦਾ। ਮੌਤ ਤੋਂ ਡਰ ਮੰਨਣ ਦਾ ਕੋਈ ਇਹ ਅਰਥ ਜਾਂ ਇਹ ਕੋਈ ਪੱਖ ਨਹੀਂ ਹੈ। ਗੱਲ ਤਾਂ ਇਹ ਹੈ ਕਿ ਮੌਤ ਤੋਂ ਪਹਿਲਾਂ ਜਿਹੜਾ ਸਾਡਾ ਅੰਦਰੂਨੀ ਕਿਸਮ ਦਾ ਜੀਵਨ ਹੈ ਉਹ ਕਿਹੜੇ ਅਰਥਾਂ ਦੇ ਵਿੱਚੋਂ ਅਸੀਂ ਸਮਾਪਤ ਕਰ ਸਕਦੇ ਹਾਂ। ਜੇ ਅੰਤਮ ਸਮੇਂ ਇੱਕ ਵੱਡੀ ਉਮਰ ਦੀ ਇੱਛਾ ਬਣੀ ਹੋਈ ਹੈ, ਇਹਦਾ ਮਤਲਬ ਅਜੇ ਇੱਛਾ ਸੜੀਆਂ ਨਹੀਂ। ਇਹ ਵੀ ਇੱਛਾ, ਇਕੱਲੀ ਇਹੀ ਇੱਛਾ ਨਹੀਂ, ਇੱਛਾਵਾਂ ਤਾਂ ਬੜੀਆਂ ਹੋਣਗੀਆਂ, ਪਰ ਕਰੇ ਕਿ ਹੁਣ ਇੱਛਾ ਨੂੰ ਸੀਮਿਤ ਕਰਨਾ ਪਿਆ ਹੈ। ਹੁਣ ਜੇ ਡਾਕਟਰ ਕੋਲੋਂ ਜਾਏਗਾ ਕਿ ਜੇ ਮੇਰੇ ਅੱਖਾਂ ਨਵੀਆਂ ਪਾ ਦਿਓ, ਉਹਨੇ ਕਹਿਣਾ ਹੁਣ ਤਾਂ ਅੱਖਾਂ ਦੇ ਕੋਏ ਨਹੀਂ ਬਚੇ, ਅੱਖਾਂ ਕਿੱਥੇ ਪਾ ਦਈਏ ਤੇਰੀਆਂ। ਜੇ ਡਾਕਟਰ ਕੋਲੋਂ ਜਾ ਕੇ ਕਹੇਗਾ ਜੀ 10-12 ਲੱਖ ਜਾ ਕੇ ਗੋਡੇ ਬਦਲ ਦਿਓ, ਉਹਨੇ ਕਹਿਣਾ ਹੁਣ ਤਾਂ ਭਾਈ ਨਾੜਾਂ ਹੀ ਨਹੀਂ ਰਹਿ ਗਈਆਂ ਗੋਡਿਆਂ ਨੂੰ ਸੰਭਾਲਣ ਵਾਲੀਆਂ। ਮਤਲਬ ਹੁਣ ਇੱਛਾਵਾਂ ਅਜੇ ਵੀ ਹਨ। ਵੱਖਰੀ ਗੱਲ ਹੁਣ ਜੇ ਉਹ ਚਾਹੂਗਾ ਪੂਰੀਆਂ ਕਰਨੀਆਂ ਨਹੀਂ ਹੋ ਸਕਦੀਆਂ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਲਾਸਟ ਲਾਲਸਾ ਇਹੀ ਪਾਲ ਲੈਂਦਾ ਹੈ ਕਿ ਚਲੋ ਜੀਵਨ ਆਹੀ ਜਿਹੜਾ ਭਾਵੇਂ ਢਾਂਚਾ ਹੀ ਹੱਡੀਆਂ ਦਾ ਇਹੀ 2-3 ਸਾਲ ਮੰਜੇ 'ਤੇ ਹੋਰ ਕੱਢ ਜਾਏ। ਬੜੀ ਲਾਲਸਾ ਪਾਲਦੇ ਦੇਖਿਆ ਮੈਂ ਜ਼ਿੰਦਗੀ 'ਚ ਕਈ ਦਫਾ। ਖੁਦ ਮੈਨੂੰ ਕਈ ਦਫਾ ਅਰਦਾਸ ਕਰਨ ਲੱਗਿਆ ਕਈਆਂ ਨੇ ਕਿਹਾ। ਇੱਕ ਦਫਾ ਕੋਈ 82-83 ਸਾਲ ਦਾ ਬਜ਼ੁਰਗ ਸੀ, ਉਹਦੀ ਹਾਲਤ ਇੰਨੀ ਜ਼ਿਆਦਾ ਸੀ ਕਿ ਹਰੇਕ ਬੰਦੇ ਨੂੰ ਦੇਖ ਕੇ ਡਰ ਲੱਗਣ ਲੱਗ ਪਵੇ। ਬੜੀ ਮੁਸ਼ਕਿਲ ਦੇ ਨਾਲ ਆਪਣੇ ਪੋਤਰੇ ਜਾਂ ਕਿਸੇ ਪੁੱਤਰ ਦੇ ਸਹਿਤ ਚੱਲ ਕੇ ਆਇਆ, ਪੈਸੇ ਪਕੜਾ ਕੇ ਕਹਿਣ ਲੱਗਾ ਮੇਰੀ ਵੱਡੀ ਉਮਰ ਦੀ ਅਰਦਾਸ ਕਰ ਦਿਓ। ਤਾਂ ਮੈਂ ਫਿਰ ਕੁਦਰਤੀ ਕਹਿ ਦਿੱਤਾ, ਮੈਂ ਕਿਹਾ ਜਿਹੜਾ ਨਾਲ ਆਇਆ ਉਹਦੀ ਕਰਵਾ ਲਓ, ਆਪਣੀ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਜਿੱਥੋਂ ਤੱਕ ਪਹੁੰਚ ਚੁੱਕੇ। ਕੁਦਰਤੀ ਅਸੀਂ ਕਿੰਨੇ ਜ਼ਿਆਦਾ ਅਣਜਾਣ ਰਹਿੰਦੇ ਹਾਂ। ਜੀਵਨ ਦੀ ਸੰਧਿਆ ਸਾਹਮਣੇ ਦਿਖ ਰਹੀ ਹੈ, ਪਤਾ ਹੈ ਰਾਤ ਪੈ ਜਾਏਗੀ, ਜੀਵਨ ਦਾ ਹਨੇਰੇ ਵਰਗਾ ਹੋ ਜਾਏਗਾ, ਪਰ ਰਾਤ ਪੈਣ ਕੁਦਰਤੀ ਹੈ। ਹੁਣ ਜਿਵੇਂ ਅਸੀਂ ਦੁਨੀਆ ਦੇ ਵਿੱਚ ਚੱਲਦੇ ਹਾਂ, ਕਦੀ ਕਿਸੇ ਬੰਦੇ ਨੇ ਸ਼ਾਮਾਂ ਨੂੰ ਕੰਮ ਸ਼ੁਰੂ ਕੀਤਾ ਨਹੀਂ ਕਰਦਾ, ਉਹਨੂੰ ਪਤਾ ਰਾਤ ਪੈ ਜਾਣੀ, ਹਨੇਰਾ ਹੋ ਜਾਣਾ ਹੈ, ਐਵੇਂ ਰਾਤ ਨੂੰ ਠੇਡੇ ਲੱਗਣਗੇ ਜਾਂ 50 ਕਿਸਮ ਦੇ ਸਾਨੂੰ ਮੁਸ਼ਕਿਲ ਆਉਣਗੀਆਂ। ਪਰ ਦੂਜੀ ਤਰਫ ਹੈ ਇੱਧਰ ਜੀਵਨ ਖਤਮ ਹੋ ਰਿਹਾ, ਜੀਵਨ ਦੀ ਰਾਤ ਆ ਰਹੀ ਹੈ, ਬੰਦਾ ਇੱਕ ਹੋਰ ਜੀਵਨ ਜਿਉਣ ਦੀ ਆਸ ਲਗਾਈ ਬੈਠਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭੀ ਤਨ ਹੋਸੀ ਖੇ ਵਜੂਦ ਇਹਦਾ ਖੇ ਹੀ ਹੈ।
ਅਸਲ ਵਜੂਦ ਇਹਦਾ ਖਾਕ ਹੋਣਾ ਹੀ ਹੈ। ਵੱਖਰੀ ਗੱਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ, ਤਾਂ ਬਾਬਾ ਫਰੀਦ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇਡ ਨਾ ਕੋਏ। ਹੁਣ ਦੇਖੋ, ਖਾਕ ਕਰਕੇ ਜਿਹੜੇ ਆ ਭਾਰਤੀ ਸਾਧੂ ਹਨ, ਭਾਰਤੀ ਯੋਗ ਪਰੰਪਰਾ ਦੇ ਵਿੱਚ, ਉਹ ਵਿਭੂਤ ਮਲਦੇ ਨੇ ਆਪਣੇ ਸਵਾਹ ਦੇ ਪਿੰਡੇ 'ਤੇ। ਉਹਦਾ ਕਾਰਨ ਕੀ ਹੈ? ਉਹ ਕਹਿੰਦੇ ਧਨ ਜਿਹੜਾ ਹੈ ਇਹਦਾ ਅਸਲ ਵਜੂਦ ਸਾਨੂੰ ਖਿਆਲ ਰਹੇ ਕਿ ਇਹ ਖਾਕ ਹੀ ਆਉਣਾ, ਸਵਾਹ ਹੀ ਆਉਣਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜਿਹੜਾ ਉਹਨਾਂ ਨੇ ਸਜਦਾ ਬਣਾਇਆ, ਜ਼ਮੀਨ ਨੂੰ ਛੋਹਣ ਦਾ ਵੀ ਤਾਂ ਬਣਾਇਆ ਕਿ ਸਦਾ ਇਹ ਖਿਆਲ ਦ੍ਰਿੜ ਰਵੇ ਕਿ ਵਜੂਦ ਤੇਰਾ ਅੰਤ ਬੰਦੇ ਖਾਕ ਹੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜੇ 100 ਵਰਿਆ ਜੀਵਨ। ਇਸ ਕਰਕੇ ਭਗਤ ਤਰਲੋਚਨ ਜੀ ਦਾ ਨੁਕਤਾ ਵੀ ਬੜਾ ਕਮਾਲ ਹੈ ਕਿ ਅੰਤ ਕਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਲਾਲਸਾ ਨਹੀਂ ਰਹਿਣੀ ਚਾਹੀਦੀ। ਲਾਲਸਾ ਵਾਸਨਾ ਬਣ ਜਾਂਦੀ ਹੈ। ਜੇ ਪੁੱਤਰਾਂ ਦੀ ਹੋਈ ਤਾਂ ਫਿਰ ਕਿਉਂਕਿ ਪ੍ਰਕਿਰਤੀ ਨੇ ਤੈਨੂੰ ਜੀਵਨ ਦਿੱਤਾ ਸੀ, ਹੁਣ ਉਸ ਤੋਂ ਜੀਵਨ ਦਾ, ਹੁਣ ਜਿਵੇਂ ਕੁਦਰਤੀ ਹੈ, ਸਾਨੂੰ ਸਕੂਲ 12-15 ਸਾਲ ਦੀ ਤਲੀਮ ਦਿੰਦਾ ਹੈ, ਵਿੱਦਿਆ ਦਿੰਦਾ ਹੈ, ਜਿਹੜੇ ਵਿਸ਼ੇ ਦੀ ਅਸੀਂ ਸਾਧਨਾ ਕਰਨੀ ਉਹ ਕਰਵਾ ਦਿੰਦਾ ਹੈ। ਅੱਗੇ ਉਸ ਵਿਸ਼ੇ ਦੇ ਸਿਖਰ 'ਤੇ ਜਾ ਕੇ ਅਸੀਂ ਕੀ ਬਣਨਾ ਹੈ, ਸਾਡੀ ਚੋਣ ਹੈ। ਕੁਦਰਤੀ ਸਾਨੂੰ ਅਕਾਲ ਪੁਰਖ ਨੇ ਜੀਵਨ ਦਿੱਤਾ ਹੈ, ਉਸ ਜੀਵਨ ਦੇ ਵਿੱਚ ਮਨ ਦੇ ਤਲ 'ਤੇ ਜਿਉਂ ਕਿ ਅਸੀਂ ਕਿਵੇਂ ਦੇ ਸੰਸਕਾਰ ਬਣਾਏ ਨੇ। ਹੁਣ ਜਿਵੇਂ ਆ ਦੁਨਿਆਵੀ ਰਿਸ਼ਤੇ ਕਰਦੇ ਆ, ਉਹ ਬੰਦਾ ਘੱਟ ਪੜ੍ਹਿਆ ਹੋਵੇ ਤਾਂ ਬੀਬੀ ਵੀ ਘੱਟ ਪੜ੍ਹੀ ਲੱਭਦੇ ਨੇ, ਉਹਨੂੰ ਪਤਾ ਇਹਨਾਂ ਦਾ ਸੰਤੁਲਨ ਬਣ ਜਾਏਗਾ। ਹੁਣ ਜ਼ਿੰਦਗੀ ਭਰ ਜਿਹੜਾ ਜੀਵਨ ਮਨ ਦੇ ਤਲ 'ਤੇ ਜੀਵਿਆ, ਪ੍ਰਕਿਰਤੀ ਨੇ ਨੋਟ ਕੀਤਾ ਤੇਰੇ ਹਰੇਕ ਫੁਰਨੇ ਨੂੰ। ਅੰਤ ਸਮੇਂ ਜਿਹੜਾ ਫੁਰਨਾ ਹੋਇਆ, ਫਿਰ ਪ੍ਰਕਿਰਤੀ ਨੇ ਜਾਣ ਲਿਆ ਕਿ ਤੈਨੂੰ ਮਾਲਕ ਨੇ ਮਨੁੱਖ ਬਣਾ ਕੇ ਜੋਤ ਸਰੂਪ ਦੇ ਕੇ ਜਿਹੜਾ ਮਨੁੱਖਾ ਜੀਵਨ ਦੀ ਚੇਤਨਾ ਦਾ ਵੱਡਾ ਅਵਸਰ ਦਿੱਤਾ ਸੀ, ਤੂੰ ਉਹਦਾ ਵੱਡਾ ਪ੍ਰਯੋਗ ਨਹੀਂ ਕੀਤਾ। ਚੱਲ ਜੇ ਠੀਕ ਹੈ, ਛੋਟਾ ਹੀ ਕਰ ਲਿਆ, ਤੈਨੂੰ ਛੋਟੇ 'ਤੇ ਹੀ ਪਾ ਦਿੰਦੇ ਆ। ਫਿਰ ਪ੍ਰਕਿਰਤੀ ਦੇਖਦੀ ਹੈ ਕਿ ਪੁੱਤਰ ਦੀ ਵਾਸਨਾ 'ਚ ਮਰ ਰਿਹਾ, ਹੁਣ ਚੰਗੀ ਤਰ੍ਹਾਂ ਮੌਕਾ ਦਿੰਦੇ ਆ ਪੁੱਤਰਾਂ ਨੂੰ ਭੋਗਣ ਦਾ, ਸੂਰ ਦੀ ਜੂਨ 'ਚ ਪਾ ਦਿਓ। ਫਿਰ ਪਤਾ ਨਹੀਂ ਲੱਗਦਾ ਕਿ ਕਿੰਨੇ ਪੈਦਾ ਕੀਤੇ ਨੇ, ਕਿੰਨੇ ਨਹੀਂ ਪੈਦਾ ਕੀਤੇ। ਇਸਤਰੀ ਦੀ ਵਾਸਨਾ 'ਚ ਮਰ ਰਿਹਾ, ਕੋਈ ਨਾ ਵੇਸਵਾਦੀ ਦੇ ਦਿੰਦੇ ਆ, ਸਾਰੀ ਜ਼ਿੰਦਗੀ ਵਾਸਨਾ 'ਚ ਹੀ ਰਹੇਗੀ ਬਾਅਦ ਦੇ ਵਿੱਚ। ਉਹ ਕਿਸੇ ਦਿਨ ਪਤਾ ਨਹੀਂ ਕਿਸੇ ਦਿਮਾਗ 'ਚ ਕਿਹਦੇ ਅਧੂਰਾ ਫੁਰਨਾ ਆਇਆ, ਕਹਿਣ ਲੱਗਾ ਇੰਝ ਹੁੰਦਾ। ਮੈਂ ਕਿਹਾ ਪ੍ਰਕਿਰਤੀ ਮੌਕਾ ਦਿੰਦੀ ਹੈ ਕਿ ਪ੍ਰਕਿਰਤੀ ਨੇ ਤਾਂ ਤੈਨੂੰ ਪੁਰਸ਼ ਬਣਾ ਕੇ ਭੇਜਿਆ, ਤੂੰ ਇਸਤਰੀ ਦੀ ਵਾਸਨਾ 'ਚ ਮਰਦਾ ਰਿਹਾ। ਫਿਰ ਪ੍ਰਕਿਰਤੀ ਨੇ ਕਿਹਾ ਚਲੋ ਵੇਸਵਾ 'ਚ ਹੀ ਪਾ ਦਿੰਦੇ ਆ, ਸਾਰੀ ਜ਼ਿੰਦਗੀ ਭੁਗਤਦਾ ਰਹੇ, ਚੰਗੀ ਤਰ੍ਹਾਂ ਹੁਣ ਇਸ ਰਸ ਨੂੰ ਭੋਗ ਲਵੇ। ਜਿਹਦੀ 40-50 ਸਾਲ ਚਾਹਤ ਕੀਤੀ ਹੈ, ਫਿਰ ਪ੍ਰਕਿਰਤੀ ਉਹਨੂੰ ਪੂਰਾ ਕਰ ਦਿੰਦੀ ਹੈ। ਇਸ ਕਰਕੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਐਸੇ ਵਾਕ ਹਨ, ਜੈਸਾ ਸੇਵੈ ਤੈਸੋ ਹੋਵੈ, ਕਿ ਜਿਵੇਂ ਦੇ ਉਹ ਰੋਜ਼ਾਨਾ ਖਿਆਲਾਂ ਦੇ ਤਲ 'ਤੇ ਆਪਣੇ ਅੰਦਰੂਨੀ ਜੀਵਨ ਦੀ ਘਾੜਤ ਕੱਢਦਾ, ਉਵੇਂ ਹੋ ਜਾਂਦਾ ਹੈ। ਪਰ ਭੀ ਤਨ ਹੋਸੀ ਖੇਹ, ਜੀਵਨ ਦਾ ਅਸਲ ਜਿਹੜਾ ਰਾਖ ਹੋਣਾ ਹੈ। ਇਸ ਕਰਕੇ ਰਾਖ ਹੋਣ ਦੇ ਨਾਲ ਸਹਿਮਤ ਹੋਈਏ। ਰਾਖ ਹੋਣ ਤੋਂ ਪਹਿਲਾਂ ਆਪਣੇ ਸਭ ਤਰ੍ਹਾਂ ਦੇ ਜੀਵਨ ਦੀਆਂ ਇਛਾਵਾਂ, ਵਾਸਨਾਵਾਂ ਨੂੰ ਸਾੜ ਕੇ, ਦਗਧ ਕਰਕੇ ਇੱਕ ਉੱਚਤਮ ਬੰਦਗੀ, ਪਵਿੱਤਰਤਾ, ਨਿਰਮਲਤਾ ਵਾਲਾ ਜੀਵਨ ਜਿਉਣ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।